गुरु बाणी कहे सेवक जन मानै, प्रतख गुरु निस्तारे। तेरे कवण कवण गुण कह कह गावा, तू साहिब गुणी निधाना। तुमरी महिमा बरन न सकों, तू ठाकुर ऊच भगवाना। एक ओंकार सतनाम करता पुरख, निरभउ निर्वैर अकाल मूरत। अजूनी सैभं गुर प्रसाद, बिलावल महला पंजवा। भूले मार्ग जिने बताया, ऐसा गुर वड भागी पाया। सिमर मना राम नाम चितारे, बस रह हृदय गुर चरण प्यारे। सिमर मना राम नाम चितारे, बस रह हृदय गुर चरण प्यारे। रहा काम क्रोध लोभ मोह मन लीना, बंधन काट मुक्त गुर कीना। दुख सुख करत जन्म फुन मुआ, चरण कमल गुर आश्रम दिया। अगन सागर बूढ़त संसारा, नानक बाँप कर सतगुर निस्तारा। अगन सागर बूढ़त संसारा, नानक बाँ पकर सतगुर निस्तारा। परम सन्मानयोग धन धन शब्द गुरु श्री गुरु ग्रंथ साहब जी की पावन गोद विच जुड़ बैठी गुरु प्यारी साध संगत जीओ। कलगीधर पातशाह धन गुरु गोबिंद सिंह महाराज जी के प्रकाश पुरब नूं समर्पित रखे हुए अज के इस गुरमत समागम के विच आप सारे हाज़री भर रहे हो। आओ जिथे आप जी ने सतगुर की पावन बाणी का पाठ सरवण किया है, उस तो उपरंत गुरबाणी का कीर्तन बहुत प्यार नाल सरवण किया। आओ शहीदां दे सरताज गुरु पंजवें पातशाह गुरु अर्जन साहिब महाराज जी की रसना तो उचारण किए हुए पावन शब्द का आपां सारिਆਂ ने पाठ सरवण किया है। राग बिलावल विच गुरु ग्रंथ साहिब जी के पावन अंक 803 के उत्ते ये शब्द गुरु ग्रंथ साहिब जी विच सुभाईमान है। गुरुदेव जी के अमोलक बचन विचारण तो पहला सारी संगत बड़े प्यार नाल फतेह प्रवान करो तो गज के आखो साध संगत जी वाहिगुरू जी का खालसा वाहिगुरू जी की फतेह। विचारां की आरंभता तो पहला एक दो जरूरी बेनतियां ने। एक तो अपने मोबाइल फोन आप साइलेंट मोड पर कर लीए, क्योंकि गुरु दरबार विच मोबाइल की जो रिंग वजदी है साडा सारिਆਂ ਦਾ ध्यान फिर उखड़ जाता है। आप दुनियावी तौर पर किसी ऑफिसर नूं मिलण जाना होवे, किसी दफ्तर जाने तो उत्थे
ਉਹ ਪਹਿਲਾਂ ਕਹਿੰਦੇ ਆਪਣਾ ਮੋਬਾਈਲ ਬਾਹਰ ਜਮ੍ਹਾਂ ਕਰਾ ਦਿਓ ਜਾਂ ਸਾਇਲੈਂਟ ਮੋਡ 'ਤੇ ਕਰ ਲਓ, ਕਿਉਂਕਿ ਉੱਥੇ ਸਾਨੂੰ ਕਿਸੇ ਅਫਸਰ ਦਾ ਸਤਿਕਾਰ ਹੁੰਦਾ ਹੈ, ਨਿਯਮ ਦੀ ਪਾਲਣਾ ਕਰਨੀ ਪੈਂਦੀ। ਅੱਜ ਕੱਲ੍ਹ ਤਾਂ ਬਹੁਤ ਹੌਸਪੀਟਲਾਂ 'ਚ ਵੀ ਉਹਨਾਂ ਨੇ ਲਿਖ ਕੇ ਲਾਇਆ ਵੀ ਆਪਣੇ ਮੋਬਾਈਲ ਨੂੰ ਸਾਇਲੈਂਟ ਮੋਡ 'ਤੇ ਕਰੋ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਂਦੇ ਹੋ, ਭਾਵੇਂ ਕਿਸੇ ਵੀ ਗੁਰਦੁਆਰਾ ਸਾਹਿਬ ਜਾਓ, ਭਾਵੇਂ ਕਿਸੇ ਦੇ ਘਰ ਵੀ ਆਪਾਂ ਜਾਂਦੇ ਹਾਂ, ਉੱਥੇ ਆਪਣੇ ਮੋਬਾਈਲ ਦੀ ਰਿੰਗ ਬੰਦ ਕਰ ਦਿਓ, ਕਿਉਂਕਿ ਉਹਦੇ ਨਾਲ ਸਾਰਿਆਂ ਦਾ ਧਿਆਨ ਉਖੜਦਾ ਹੈ। ਤੁਹਾਡੇ ਵਿੱਚੋਂ ਕੋਈ ਟੀਚਰ ਲਾਈਨ ਦਾ ਵੀਰ ਬੈਠਾ ਹੋਵੇ, ਜਿਹੜੇ ਸਕੂਲ 'ਚ ਪੜ੍ਹਾਉਂਦੇ ਹੋਣਗੇ, ਉਹਨਾਂ ਨੂੰ ਪਤਾ ਹੈ ਕਿ ਕਲਾਸਰੂਮ ਦੇ ਵਿੱਚ ਜਦੋਂ ਕਿਤੇ ਮੋਬਾਈਲ ਦੀ ਰਿੰਗ ਵੱਜਦੀ ਹੈ, ਜੋ ਟੀਚਰ ਪੜ੍ਹਾ ਰਿਹਾ ਹੈ ਉਹਦਾ ਜਿਹੜਾ ਧਿਆਨ ਹੈ ਉਹ ਇਕਾਗਰ ਕਦੀ ਨਹੀਂ ਹੋ ਸਕਦਾ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹਾਂ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਮੰਨੇ ਤੇ ਸਿੱਖ ਬਣਨਾ, ਅੱਜ ਤੁਸੀਂ ਇੱਕ ਚੀਜ਼ ਨੋਟ ਕਰੋ ਵੀ ਕਿੰਨੇ ਸਾਲਾਂ ਦੇ ਗੁਰਦੁਆਰੇ ਬਣੇ ਨੇ। ਬੱਚਾ 5-7 ਸਾਲ ਸਕੂਲ ਜਾਂਦਾ ਅਤੇ ਉਹਦੇ ਜੀਵਨ 'ਚੋਂ ਚੇਂਜ ਮਿਲਦਾ ਆਪਾਂ ਨੂੰ। ਪਹਿਲੇ ਦਿਨ ਸਕੂਲ ਜਾਂਦਾ ਉਹਨੂੰ ਕੁਝ ਨਹੀਂ ਪਤਾ, ਦੂਜੇ ਦਿਨ ਕੁਝ ਫਰਕ ਪੈਂਦਾ, ਤੀਜੇ ਦਿਨ ਹੋਰ ਫਰਕ ਪੈਂਦਾ ਹੈ। ਅਜੇ ਅਸੀਂ ਬੱਚਿਆਂ ਨੂੰ ਇੱਕ ਗੱਲ ਅਕਸਰ ਕਹਿੰਦੇ ਹਾਂ ਵੀ ਪੁੱਤਰ ਤੂੰ ਪੜ੍ਹਾਈ ਵੱਲ ਧਿਆਨ ਨਹੀਂ ਦਿੰਦਾ, ਪਰ ਫਿਰ ਵੀ ਬੱਚਾ ਇਹ ਗੱਲ ਕਹਿੰਦਾ ਵੀ ਮੈਨੂੰ 10 ਸਾਲ 15 ਸਾਲ ਸਕੂਲ ਜਾਂਦੇ ਹੋ ਗਏ, ਇਹਨਾਂ 10-15 ਸਾਲਾਂ 'ਚ ਮੈਨੂੰ ਬਹੁਤ ਕੁਝ ਆਉਂਦਾ ਹੈ। ਤੁਸੀਂ ਵੇਖੋ 10-15 ਸਾਲਾਂ 'ਚ ਬੱਚੇ ਵਿੱਚ ਉਹ ਤਬਦੀਲੀ ਆਉਂਦੀ ਹੈ, ਉਹਨੂੰ ਕਿੰਨਾ ਕੁਝ ਪਤਾ ਲੱਗਦਾ ਹੈ। ਘਰ ਵਿੱਚ ਕਈ ਵਾਰੀ ਬਹੁਤ ਗੱਲਾਂ ਬਾਪ ਆਪਣੇ ਪੁੱਤਰ ਨੂੰ ਪੁੱਛਦਾ ਹੈ, ਮਾਂ ਆਪਣੀ ਧੀ ਨੂੰ ਪੁੱਛਦੀ ਹੈ, ਕਿਉਂਕਿ ਉਹਨੂੰ ਪਤਾ ਹੁਣ ਇਹ ਮੇਰੇ ਨਾਲੋਂ ਪੜ੍ਹ ਲਿਖ ਗਈ ਹੈ, ਇਹਦੇ ਕੋਲ ਐਜੂਕੇਸ਼ਨ ਹੈ। ਜੇ ਇੱਕ ਸਕੂਲ ਵਿੱਚ ਬੱਚਾ ਜਾਂਦਾ 5-7 ਸਾਲਾਂ 'ਚ ਇੰਨਾ ਫਰਕ ਪੈ ਜਾਂਦਾ ਹੈ, ਜਦੋਂ ਮਤਲਬ ਕੁਝ ਸਿੱਖਦਾ ਹੈ ਨਾ। ਅਤੇ ਜੇ ਸਾਡਾ ਬੱਚਾ ਸਾਨੂੰ ਪੁੱਛੇ ਵੀ ਤੁਹਾਨੂੰ ਗੁਰਦੁਆਰੇ ਜਾਂਦਿਆਂ ਕਿੰਨੇ ਸਾਲ ਹੋ ਗਏ ਨੇ, ਅਤੇ ਸਾਡਾ ਜਵਾਬ ਹੋਏਗਾ, ਕੋਈ ਕਹੇਗਾ ਜੀ 30 ਸਾਲ, ਕੋਈ ਕਹੇਗਾ ਜੀ 20 ਸਾਲ, ਕੋਈ ਕਹੇਗਾ ਜੀ 15 ਸਾਲ। ਅਤੇ ਜੇ ਅੱਗੇ ਉਹ ਬੱਚੇ ਪੁੱਛਣ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਦੱਸੋ, 'ਚ ਲਿਖਿਆ ਕੀ ਆ, ਵੀ ਮੈਂ ਤਾਂ ਜੇ ਪੜ੍ਹਦਾ ਵਾਂ, ਮੈਥ ਪੜ੍ਹਦਾ, ਇੰਗਲਿਸ਼ ਪੜ੍ਹਦਾ, ਪੰਜਾਬੀ ਪੜ੍ਹਦਾ, ਜਿਹੜਾ ਮੇਰਾ ਸਬਜੈਕਟ ਹੈ ਉਹਦੇ ਬਾਰੇ ਮੈਨੂੰ ਪੁੱਛੋਗੇ ਮੈਂ ਜਵਾਬ ਦੇਵਾਂਗੀ। ਬੱਚੇ ਸਾਡੇ ਕਹਿਣ ਸਾਨੂੰ ਤੁਹਾਨੂੰ ਗੁਰਦੁਆਰੇ ਜਾਂਦਿਆਂ ਕਿੰਨੇ ਸਾਲ ਹੋ ਗਏ ਨੇ, ਅਤੇ ਹਰ ਬੰਦੇ ਦਾ ਆਪਣਾ ਆਪਣਾ ਜਵਾਬ ਹੋਵੇਗਾ, ਕਿਉਂਕਿ ਜੀ 15 ਸਾਲ। ਸੱਚਾਈ ਇਹ ਆ, ਟਾਵੇਂ ਪਰਿਵਾਰ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੋਂ ਰੁਮਾਲਾ ਚੱਕ ਕੇ ਕਦੀ ਖੁਦ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਘਰਾਂ ਵਿੱਚੋਂ ਸਾਡੇ ਚੀਜ਼ ਅਲੋਪ ਹੋ ਗਈ। ਕੋਈ ਟਾਵਾਂ ਪਰਿਵਾਰ ਹੀ ਹੋਵੇਗਾ ਜਿਨ੍ਹਾਂ ਘਰਾਂ 'ਚ ਸਵੇਰੇ ਦਿਨ ਦੀ ਸ਼ੁਰੂਆਤ ਬਾਣੀ ਤੋਂ ਹੁੰਦੀ ਹੈ, ਨਹੀਂ ਤਾਂ ਗੁਰਬਾਣੀ ਬਾਰੇ, ਗੁਰੂ ਦੇ ਉਪਦੇਸ਼ ਬਾਰੇ ਪਤਾ ਹੀ ਨਹੀਂ। ਆਏ, ਮੱਥਾ ਟੇਕਿਆ, ਪਰਿਕਰਮਾ ਕੀਤੀਆਂ, 10 ਰੁਪਏ ਗੋਲਕ 'ਚ ਪਾਏ ਅਤੇ ਘਰ ਨੂੰ ਚਲੇ ਗਏ। ਜੇ ਸਾਡਾ ਬੱਚਾ ਇੱਦਾਂ ਸਕੂਲ ਰੋਜ਼ ਜਾਵੇ, ਕੀ ਉਹਦੇ ਜੀਵਨ 'ਚ ਕੋਈ ਤਬਦੀਲੀ ਆ ਸਕਦੀ ਹੈ? ਜਵਾਬ ਆਏਗਾ ਨਹੀਂ ਆ ਸਕਦੀ। ਸਤਿਗੁਰ ਦੀ ਬਾਣੀ ਦਾ ਵਾਕ ਹੈ, ਸੇਵਕ, ਸਾਰੇ ਬੋਲੋ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੇਂ ਹਰ ਹਰ। ਸਾਧ ਸੰਗਤ ਜੀ, ਮੈਂ ਅੱਧੀ ਤੁਕ ਪਤਾ ਕਿਉਂ ਬੋਲਦਾ ਕਿ ਅੱਧੀ ਤੁਸੀਂ ਪੂਰੀ ਕਰੋ। ਇਹ ਤੋਂ ਪਤਾ ਲੱਗ ਜਾਂਦਾ ਬੁਲਾਰੇ ਨੂੰ ਵੀ ਕਿੰਨੇ ਸਰੋਤੇ ਸੰਗਤ ਵਿੱਚ ਬਾਣੀ ਪੜ੍ਹਨ ਵਾਲੇ ਬੈਠੇ ਨੇ। ਮੈਂ ਆਪਣੀ ਜ਼ਿੰਦਗੀ ਵਿੱਚ ਕਈ ਟੀਚਰ ਐਸੇ ਵੇਖੇ ਜਿਹੜੇ ਪੰਜਾਬੀ ਦੇ ਟੀਚਰ, ਇੰਗਲਿਸ਼ ਦੇ ਟੀਚਰ, ਪਰ ਉਹਨਾਂ ਦੇ ਘਰ ਪਾਠ ਕੋਈ ਦੂਜਾ ਕਰ ਰਿਹਾ। ਚਲੋ ਇੱਕ ਤਾਂ ਬੰਦਾ ਕਹਿ ਸਕਦੇ ਵੀ ਅਨਪੜ੍ਹ ਬੰਦਾ, ਉਹਨੂੰ ਜੀ ਅੱਖਰਾਂ ਦਾ ਬੋਧ ਨਹੀਂ। ਜਿਹੜਾ ਖੁਦ ਟੀਚਰ ਹੈ ਉਹਨੂੰ ਤਾਂ ਅੱਖਰਾਂ ਦਾ ਬੋਧ ਹੈ, ਉਹ ਤਾਂ ਆਪਣੇ ਘਰ ਖੁਦ ਬਾਣੀ ਪੜ੍ਹ ਸਕਦਾ। ਪਰ ਅੱਜ ਸਾਡੇ ਸਮਾਜ ਵਿੱਚ ਇੱਦਾਂ ਦੀ ਪਿਰਤ ਪੈ ਗਈ ਵੀ ਅਸੀਂ ਗੁਰਬਾਣੀ ਦੂਜੇ ਕੋਲ ਪੜ੍ਹਾਉਣ ਲੱਗ ਪਏ, ਆਪ ਪੜ੍ਹਨੀ ਨਹੀਂ, ਵਿਚਾਰ ਹੀ ਛੱਡ ਦਿੱਤੀ ਅਸੀਂ ਜ਼ਿੰਦਗੀ ਵਿੱਚ। ਹਰ ਇੱਕ ਸਿੱਖ ਦਾ ਸੰਬੰਧ ਆਪਣੇ ਗੁਰੂ ਨਾਲ ਹੋਣਾ ਚਾਹੀਦਾ ਸੀ। ਜਿਵੇਂ ਬਾਣੀ ਦਾ ਵਾਕ ਹੈ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵੀ ਹੋਣਾ ਚਾਤਰਕੋ। ਹੁਣ ਘਰਾਂ 'ਚ ਆਪਾਂ ਪਾਠ ਰਖਾਉਂਦੇ ਹਾਂ, ਜਦੋਂ ਆਪਣੇ ਘਰਾਂ 'ਚ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਹੁੰਦੇ, ਕੋਈ ਘਰ ਬਣਾਉਂਦਾ, ਪਾਠ ਰਖਾਉਂਦੇ ਆਪਾਂ। ਪਾਠ ਅੱਜ ਰਖਾਇਆ ਅਤੇ ਮੈਨੂੰ ਲੱਗਦਾ ਵੀ 10-15-20 ਮਿੰਟਾਂ ਤੋਂ ਪਹਿਲਾਂ ਦਬ ਦੇਗ ਵਰਤਾ ਕੇ ਅਤੇ ਆਪੋ ਆਪਣੇ ਕੰਮਾਂ ਨੂੰ ਰੁੱਝ ਜਾਂਦੇ ਹਾਂ। ਅਤੇ ਗ੍ਰੰਥੀ ਸਿੰਘ ਪਾਠ ਕਰਦਾ ਰਹਿੰਦਾ, 2-2 ਘੰਟਿਆਂ ਬਾਅਦ ਰੌਲ ਚੇਂਜ ਹੁੰਦੀ ਰਹਿੰਦੀ ਆ। ਇਹਨਾਂ 48 ਘੰਟਿਆਂ 'ਚੋਂ ਕਿੰਨੇ ਮਿੰਟ ਗੁਰੂ ਦੇ ਕੋਲ ਬਹਿ ਕੇ ਬਾਣੀ ਸੁਣੀ ਹੈ? ਮਾਰੋ ਆਪੋ ਆਪਣੇ ਪਰਿਵਾਰਾਂ 'ਚ ਧਿਆਨ। ਅੱਜ ਜਦੋਂ ਪਰਸੋਂ ਭੋਗ ਪੈਣਾ, ਉਦੋਂ ਗ੍ਰੰਥੀ ਸਿੰਘ ਨੇ ਦਾਤ ਜੁੜ ਕੇ ਕਹਿਣਾ,
ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦੇ ਮਾਂ ਵਾਖਾਂ ਅਨੁਸਾਰ ਪਰਸੋਂ ਤੋਂ ਗੁਰਬਾਣੀ ਦਾ ਪ੍ਰਵਾਹ ਚੱਲਿਆ। ਬਦਲਣਾ ਕਹਿੰਦੇ ਸੀ, ਨਾ ਦਰਵਾਜ਼ੇ ਨੇ ਬਦਲਣਾ, ਨਾ ਖਿੜਕੀ ਨੇ ਬਦਲਣਾ, ਨਾ ਚਾਦਰਾਂ ਨੇ ਬਦਲਣਾ, ਬੈੱਡ ਨੇ ਬਦਲਣਾ। ਬਦਲਣਾ ਸੀ ਬੰਦੇ ਨੇ, ਤੇ ਬੰਦੇ ਨੇ ਬਾਣੀ, ਬੋਲੋ ਭਾਗਾਂ ਵਾਲਿਓ, ਇਨਸਾਨ ਨੇ ਬਾਣੀ ਸੁਣੀ ਨਹੀਂ। ਸੁਣਨੀ ਤਾਂ ਬਾਣੀ ਅਸੀਂ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ ਲਾਗੂ ਕਰਨੀ ਆ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਰੋਜ਼, ਭਾਵੇਂ ਇੱਕ ਇੱਕ ਸ਼ਬਦ ਵਿੱਚ ਬੜੀ ਵੱਡੀ ਕਲਾ ਹੈ। ਜਦੋਂ ਬੰਦਾ ਰੋਜ਼ ਸਿੱਖਦਾ ਹੈ, ਬੱਚਾ ਹੀ ਆ, ਤੁਹਾਡੇ ਵਿੱਚ ਜਿਹੜੇ ਪੜ੍ਹੇ ਲਿਖੇ ਵੀਰ ਬੈਠੇ ਨੇ, ਜਿਨ੍ਹਾਂ ਨੂੰ ਮਾੜੀ ਮੋਟ ਸਾਇੰਸ ਦਾ ਗਿਆਨ ਹੈ, ਜਿਹੜਾ ਬੱਚਾ ਹੈ, ਜੇ ਦੁਨੀਆ ਦੇ ਅੰਦਰ ਕੰਨਾਂ ਨਾਲ ਸੁਣੇ ਨਾ ਤੇ ਉਹ ਜ਼ੁਬਾਨ ਨਾਲ ਕਦੀ ਬੋਲ ਨਹੀਂ ਸਕਦਾ। ਜਿਹੜਾ ਬੱਚਾ ਗੂੰਗਾ ਹੋਏਗਾ ਬਹਿਰਾ ਵੀ ਹੋਏਗਾ, ਕਿਉਂਕਿ ਜਦੋਂ ਕੰਨਾਂ ਨਾਲ ਸੁਣਿਆ ਕੁਝ ਨਹੀਂ, ਉਹਨੇ ਬੋਲਣਾ ਕੀ ਹੈ। ਜਿਹੜਾ ਗੂੰਗਾ ਹੈ ਉਹ ਬਹਿਰਾ। ਭਾਗਾਂ ਵਾਲੇ ਫੋਨ ਬੰਦ ਕਰ ਲਿਓ ਜੀ, ਮੇਰੀ ਹੱਥ ਜੋੜ ਕੇ ਬੇਨਤੀ, ਮੈਂ ਪਹਿਲੇ ਤਰਲਾ ਲਿਆ ਤੁਹਾਡੇ ਅੱਗੇ ਕਿ ਆਪਾਂ ਥੋੜ੍ਹਾ ਸਮਾਂ ਵਿਚਾਰਾਂ ਦੀ, ਅਜੇ ਆਪਾਂ ਵਿਚਾਰਾਂ ਆਰੰਭ ਕਰਨੀਆਂ ਨੇ, ਮੁੱਢ ਬੰਨ੍ਹਣ ਡਏ ਆਪਾਂ। ਪਹਿਲਾਂ ਕੰਨਾਂ ਨੇ ਸੁਣਨਾ, ਫਿਰ ਜ਼ੁਬਾਨ ਨੇ ਬੋਲਣਾ ਹੈ। ਜਦੋਂ ਇਨਸਾਨ ਦੇ ਕੰਨ ਸੁਣਦੇ ਨਹੀਂ ਤੇ ਜ਼ੁਬਾਨ ਕਦੀ ਬੋਲ ਨਹੀਂ ਪਾਏਗੀ। ਤੋ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਵਿਚਾਰ ਬਖਸ਼ਿਸ਼ ਕੀਤੀ ਹੈ, ਪਹਿਲਾਂ ਅਸੀਂ ਕੰਨ ਦੇ ਨਾਲ ਧਿਆਨ ਨਾਲ ਗੱਲ ਸੁਣਦੇ ਹਾਂ, ਫਿਰ ਅਸੀਂ ਜ਼ੁਬਾਨ ਨਾਲ ਬੋਲਦੇ ਹਾਂ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਓ। ਗੁਰੂ ਸਾਹਿਬ ਜੀ ਕਹਿੰਦੇ ਨੇ, ਇਹ ਸਰਵਣੋ ਮੇਰਿਓ। ਜਿਨ੍ਹਾਂ ਘਰਾਂ 'ਚ ਵੱਡੇ ਗਾਲਾਂ ਕੱਢਦੇ ਆ ਨਾ, ਤੁਸੀਂ ਨੋਟ ਕਰਿਓ, ਬੱਚਿਆਂ ਨੂੰ ਗਾਲਾਂ ਕੱਢਣ ਦੀ ਆਦਤ ਪੈ ਜਾਂਦੀ ਹੈ। ਪੁੱਛੋ ਕਿਉਂ? ਕਿਉਂਕਿ ਉਹਨਾਂ ਨੇ ਆਪਣੇ ਕੰਨਾਂ ਨਾਲ ਆਪਣੇ ਤਾਏ ਕੋਲੋਂ, ਚਾਚੇ ਕੋਲੋਂ, ਦਾਦੇ ਕੋਲੋਂ ਗਾਲਾਂ ਸੁਣੀਆਂ ਹੁੰਦੀਆਂ। ਜਿਨ੍ਹਾਂ ਘਰਾਂ ਵਿੱਚ ਵੱਡੇ ਗਾਲ ਨਹੀਂ ਕੱਢਦੇ, ਬੱਚਿਆਂ ਨੂੰ ਗਾਲ ਦਾ ਪਤਾ ਵੀ ਨਹੀਂ ਹੁੰਦਾ। ਕਿਉਂ? ਕਿਉਂਕਿ ਉਹਨਾਂ ਦੇ ਘਰ ਵਿੱਚ ਗਾਲ ਕਦੀ ਕਿਸੇ ਨੇ, ਬੋਲੋ ਭਾਈ, ਸਾਧ ਸੰਗਤ ਜੀ, ਇੱਕ ਮੇਰੀ ਬੇਨਤੀ, ਉਹ ਪੁਰਾਣੇ ਸਮੇਂ 'ਚ ਆਪਣੇ ਬਜ਼ੁਰਗ ਨਹੀਂ ਸੀ ਹੁੰਦੇ, ਉਹਨਾਂ ਨੇ ਬਾਤਾਂ ਸੁਣਾਉਣੀਆਂ ਅਤੇ ਕਹਾਣੀ ਸੁਣਾਉਣੀ ਕੋਈ ਸ਼ਾਮ ਨੂੰ, ਅਤੇ ਉਹਨਾਂ ਕਹਿਣਾ, ਪੁੱਤ ਹੰਗਾਰਾ ਦੇਈ ਜਾਈ। ਉਹ ਹੰਗਾਰਾ ਦੇਣ ਦਾ ਅਰਥ ਹੁੰਦਾ ਸੀ ਵੀ ਤੂੰ ਜਾਗਦਾ। ਤੂੰ ਕਈ ਵਾਰੀ ਦਾਦੇ ਦਾਦੀ ਨੇ ਕੋਈ ਕਹਾਣੀ ਸੁਣਾਉਣੀ, ਅਤੇ ਜਦੋਂ ਤੱਕ ਉਹਨੇ ਹਾਂ ਹੂੰ ਜਾਂ, ਉਹਦਾ ਮਤਲਬ ਜਾਗਦਾ। ਜਦੋਂ ਹੰਗਾਰਾ ਦੇਣਾ ਬੰਦ ਹੋ ਜਾਣਾ, ਸਮਝ ਲਓ ਪਤਾ ਲੱਗ ਗਿਆ ਵੀ ਹੁਣ ਸੌਂ ਗਿਆ। ਮੈਂ ਕਹਿੰਦਾ ਗੁਰਦੁਆਰਿਆਂ 'ਚ ਵੀ ਇੰਝ ਹੋਣਾ ਚਾਹੀਦਾ ਵੀ ਅਸੀਂ ਐਂ ਸੁਚੇਤ ਹੋ ਕੇ ਬਹੀਏ, ਭਾਵੇਂ 15 ਮਿੰਟ ਹੀ ਬਹੀਏ। ਅਸੀਂ ਜਦੋਂ ਅਸੀਂ ਗੁਰਦੁਆਰਿਆਂ 'ਚ ਸਾਵਧਾਨ ਹੋ ਕੇ, ਇਕਾਗਰਚਿਤ ਹੋ ਕੇ ਬਹਿਣਾ ਸ਼ੁਰੂ ਕਰ ਦਿੱਤਾ, ਸਾਨੂੰ ਕਿਸੇ ਭੇਖੀ ਬਾਬੇ ਦੇਹਧਾਰੀ ਕੋਲ ਜਾਣ ਦੀ ਲੋੜ ਪੈਣੀ ਨਹੀਂ। ਸਾਚੇ ਸਾਹਿਬਾ, ਸਾਰੇ ਬੋਲੋ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ, ਜਿਸ ਦੇ ਸੋ ਪਾਵੇ। ਸੱਚਿਆ ਸਾਹਿਬਾ ਕੀ ਨਹੀਂ ਹੈਗਾ ਤੁਹਾਡੇ ਘਰ? ਹੇ ਸੱਚੇ ਸਾਹਿਬ ਮਾਲਕ ਜੀ, ਕੀ ਨਹੀਂ ਹੈਗਾ ਤੁਹਾਡੇ ਘਰ? ਸਭ ਕੁਝ ਤੁਹਾਡੇ ਕੋਲ ਆ, ਬਸ ਮੈਨੂੰ ਤੁਹਾਡੇ ਕੋਲੋਂ ਇਹ ਗਿਆਨ ਉਪਦੇਸ਼ ਲੈਣਾ ਆ ਜਾਏ। ਅੱਜ ਇਨਸਾਨ ਕੋਲ ਕੱਪੜੇ ਵੀ ਚੰਗੇ ਹੈਗੇ ਆ, ਖਾਣਾ ਵੀ ਚੰਗਾ ਖਾ ਰਿਹਾ, ਘਰ ਵੀ ਚੰਗੇ ਆ, ਗੱਡੀਆਂ ਵੀ ਵਧੀਆ ਵਧੀਆ ਹੈਗੀਆਂ। ਕੀ ਨਹੀਂ ਹੈਗਾ? ਚੰਗੇ ਵਿਚਾਰਾਂ ਦੀ ਕਮੀ ਹੈ। ਮਾਰ ਲਓ ਧਿਆਨ। ਜੇ ਵਿਚਾਰ ਚੰਗੇ ਹੁੰਦੇ, ਸਾਡੀ ਲੀਡਰਸ਼ਿਪ ਚੰਗੀ ਹੁੰਦੀ। ਅੱਜ ਜਿਹੜੀ ਹੁਣ ਜਲੂਸ ਹੀ ਨਿਕਲਣ ਡਿਆ ਸਾਡੀ ਸਮਾਜ ਦਾ, ਧਿਆਨ ਨਾਲ ਵੇਖੋ, ਹਰ ਲੀਡਰ ਲੋਕਾਂ ਕੋਲ ਵੋਟਾਂ ਲੈਣ ਵਾਸਤੇ ਕੀ ਦੇ ਰਿਹਾ ਭਲਾ? ਲਾਲਚ। ਮੈਂ ਕਿਸੇ ਧੜੇ ਦਾ ਬੰਦਾ ਨਹੀਂ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ, ਹਮੇਸ਼ਾ ਠੋਕ ਵਜਾ ਕੇ ਕਰਦਾ ਕਿ ਅੱਜ ਅੰਦਾਜ਼ਾ ਲਾ ਕੇ ਵੇਖੋ, ਅਗਲੇ ਨੂੰ ਵੋਟਰ ਦੀ ਸੋਚ ਦਾ ਪਤਾ, ਇਹ ਸ਼ਰਾਬ ਦੀ ਬੋਤਲ ਤੇ 5 ਸਾਲ ਲਿਖ ਕੇ ਦੇਣ ਨੂੰ ਤਿਆਰ ਹੈ। ਉਹਨੂੰ ਵੋਟਰ ਦੀ ਸੋਚ ਦਾ ਪਤਾ ਕਿ ਇਹਨਾਂ ਦੀਆਂ ਬੀਬੀਆਂ ਨੂੰ 2000 ਰੁਪਈਆ ਮਿਲ ਗਿਆ, 1000 ਰੁਪਈਆ ਮਿਲ ਗਿਆ ਮਹੀਨੇ ਦਾ, ਅਤੇ ਇਹਨਾਂ ਨੇ ਸਾਨੂੰ 4 ਸਾਲ 5 ਸਾਲ ਲਿਖ ਕੇ, ਬੋਲੋ ਜੀ, ਦੇ ਦੇਣੇ ਆ। ਇਸੇ ਕਰਕੇ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਲਾਲਚ ਦੇ ਰਹੇ ਆ। ਕੋਈ ਕਹਿੰਦਾ ਮੈਂ 1000 ਦਊਂ, ਦੋ ਕਹਿੰਦਾ ਮੈਂ 2। ਮੰਗੋ ਇਹ, ਸਾਨੂੰ 1-2 ਹਜ਼ਾਰ ਨਹੀਂ ਚਾਹੀਦਾ, ਸਾਨੂੰ ਵਧੀਆ ਰੁਜ਼ਗਾਰ ਚਾਹੀਦਾ। ਇੱਥੇ ਵਧੀਆ ਹੌਸਪੀਟਲ ਹੋਣ, ਇੱਥੇ ਵਧੀਆ ਰੁਜ਼ਗਾਰ ਪੈਦਾ ਕਰੇ, ਤਾਂ ਕਿ ਸਾਡੇ ਬੱਚਿਆਂ ਨੂੰ ਇਹ ਦੇਸ਼ ਛੱਡ ਕੇ ਵਿਦੇਸ਼ ਜਾਣ ਦੀ ਲੋੜ ਹੈ। ਮੰਗ ਕਿਸੇ ਦੀ? ਸਾਡੇ ਤੇ ਪੰਜਾਬ ਦੇ ਗੁਰਦੁਆਰੇ 'ਚ ਰੋਜ਼ ਅਰਦਾਸ ਹੁੰਦੀ ਹੈ ਕਿ ਮੇਰੇ ਪੁੱਤ ਦਾ ਅਮਰੀਕਾ ਦਾ ਵੀਜ਼ਾ ਲੱਗ ਜਾਏ, ਮੇਰੇ ਪੁੱਤ ਦਾ ਕੈਨੇਡਾ ਦਾ ਲੱਗ ਜਾਏ, ਮੇਰੇ ਪੁੱਤ ਦਾ ਇਟਲੀ ਦਾ ਲੱਗ ਜਾਏ, ਮੇਰੇ ਪੁੱਤ ਦਾ ਫਰਾਂਸ ਦਾ ਲੱਗ ਜਾਏ। ਮਾਰੋ ਧਿਆਨ ਸਾਡੇ ਸਮਾਜ ਵਿੱਚ।
ਗੁਰੂ ਸਾਹਿਬ ਜੀ ਨੇ ਜੋ ਵਿਚਾਰ ਬਖਸ਼ਿਸ਼ ਕੀਤੀ, ਜੋ ਗਿਆਨ ਦਿੱਤਾ, ਜੋ ਸੋਝੀ ਦਿੱਤੀ, ਅਸੀਂ ਮਨਫੀ ਕਰਕੇ ਬੈਠ ਗਏ। ਮੈਂ ਪਹਿਲਾਂ ਆਰੰਭ ਕੀਤਾ ਵੀ ਕੱਪੜੇ ਵੀ ਚੰਗੇ ਹੈਗੇ ਪਾਉਣ ਲਈ, ਖਾਣਾ ਵੀ ਚੰਗਾ ਖਾਣ ਨੂੰ ਹੈਗਾ, ਗੱਡੀਆਂ ਵੀ ਵਧੀਆ ਹੈਗੀਆਂ, ਘਰ ਕਮਾਲ ਦੇ ਬਣੇ। ਕਮੀ ਕਾਹਦੀ ਹੈ? ਵਿਚਾਰਾਂ ਦੀ, ਕਿ ਸਾਫ਼ ਵਿਚਾਰ ਹੈ ਨਹੀਂ। ਸਾਧ ਸੰਗਤ ਜੀ, ਸੋਚ ਬਹੁਤ ਵੱਡੀ ਚੀਜ਼ ਹੈ। ਭਗਤ ਰਵਿਦਾਸ ਜੀ ਦਾ ਵਾਕ ਹੈ, ਮੇਰੀ ਸੰਗਤ ਪੋਚ, ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੋ ਭਾਂਤੀ। ਬੰਦਾ ਕੰਮ ਗਲਤ ਬਾਅਦ ਵਿੱਚ ਕਰਦਾ, ਉਹਦੀ ਪਲੈਨਿੰਗ ਦਿਮਾਗ 'ਚ ਪਹਿਲਾਂ ਬਣਦੀ ਆ। ਚੰਗੀ ਸੋਚ ਦਾ ਬੰਦਾ ਮਾੜਾ ਕੰਮ ਕਦੀ ਨਹੀਂ ਕਰ ਸਕਦਾ, ਤੇ ਮਾੜੀ ਸੋਚ ਵਾਲਾ ਬੰਦਾ ਚੰਗਾ ਕੰਮ, ਕਿਉਂਕਿ ਸੋਚ ਤੋਂ ਕੰਮ ਬਣਦਾ ਨਾ। ਹੁਣ ਮੰਨ ਲਓ ਮੇਰੇ ਅੰਦਰ ਸੋਚ ਆ, ਮੈਂ ਕਿਸੇ ਦਾ ਹੱਕ ਨਹੀਂ ਖਾਣਾ, ਮੰਨ ਲਓ ਮੇਰੇ ਅੰਦਰ ਸੋਚ ਆ, ਤੇ ਮੇਰੇ ਕੋਲੋਂ ਮਾੜਾ ਹੋਣਾ ਹੀ ਨਹੀਂ। ਤੇ ਜੇ ਮੇਰੇ ਅੰਦਰ ਸੋਚ ਇਹ ਆ ਕਿ ਮੈਂ ਜਿੱਥੇ ਦਾਲ ਲੱਗ ਗਿਆ ਅਗਲੇ ਦਾ ਹੱਕ ਮਾਰਨਾ ਹੀ ਮਰਨਾ, ਮੈਨੂੰ ਲੱਖ ਕਸਮਾਂ ਪਵਾਈ ਜਾਓ, ਮੇਰੇ ਕੋਲੋਂ ਜ਼ਿੰਦਗੀ 'ਚ ਚੰਗਾ ਕੰਮ ਕਦੀ ਹੋਣਾ ਹੀ ਨਹੀਂ। ਜਿਹੜਾ ਗਰਦਨ ਤੋਂ ਉੱਪਰਲਾ ਹਿੱਸਾ ਨਾ, ਦਿਮਾਗ ਜਿਹਨੂੰ ਕਹਿੰਦੇ ਆ, ਮੇਰੀਆਂ ਭੈਣਾਂ ਬੈਠੀਆਂ, ਮਾਵਾਂ ਬੈਠੀਆਂ ਨੇ, ਬਜ਼ੁਰਗ ਬੈਠੇ ਜੇ, ਨੌਜਵਾਨ ਭਰਾ ਬੈਠੇ ਜੇ, ਜਿਹੜਾ ਗਰਦਨ ਤੋਂ ਉੱਪਰਲਾ ਹਿੱਸਾ ਨਾ, ਇਹ ਬੰਦੇ ਕੋਲ ਫੈਕਟਰੀ ਆ। ਕਾਹਦੀ? ਵਿਚਾਰਾਂ ਦੀ। ਚੰਗੇ ਬਣਾਉਣੇ ਵਿਚਾਰ ਤੇਰੀ ਮਰਜ਼ੀ ਆ, ਮਾੜੇ ਬਣਾਉਣੇ ਵਿਚਾਰ, ਜਿਵੇਂ ਫੈਕਟਰੀ 'ਚ ਮਾੜੇ ਪਾਰਟ ਬਣਦੇ ਹੋਣ ਤੇ ਜਲੂਸ ਨਿਕਲ ਜਾਂਦਾ ਨਾ, ਤੇ ਚੰਗੇ ਪਾਰਟ ਬਣਦੇ ਹੋਣ ਤੇ ਕੰਪਨੀ ਸਿਖਰ 'ਤੇ ਪਹੁੰਚ ਜਾਂਦੀ ਹੈ। ਜਦੋਂ ਕੋਈ ਸਮਾਨ ਚੰਗਾ ਵੇਚਦਾ, ਆਹ ਦੁਕਾਨਾਂ ਕਾਰੋਬਾਰ ਵੇਖਿਓ, ਕਈ ਬੰਦੇ 10 ਦੁਕਾਨਾਂ ਛੱਡ ਕੇ 11ਵੀਂ ਤੋਂ ਸਮਾਨ ਲੈਂਦੇ ਆ, ਪਤਾ ਵੀ ਉਹਦੇ ਸਮਾਨ 'ਚ ਖਰਾਪਨ ਵਾ, ਤੇ ਰੇਟ ਦੂਜਿਆਂ ਨਾਲੋਂ ਮਹਿੰਗਾ ਵਾ। ਆਹ ਗੁੜ ਦੀ ਵੇਖ ਲਓ, ਗੁੜ ਪੰਜਾਬ ਦੀ ਗੱਲ ਆਪਾਂ ਕਰਦੇ ਹਾਂ, ਇੱਕ ਰੋਡ ਦੇ ਉੱਤੇ ਰੱਖ ਕੇ ਗੁੜ ਬੈਠੇ ਆ, ਉਹਦੇ ਕੋਲ ਲੈ ਨਹੀਂ ਰਿਹਾ, ਇੱਕ ਬੰਦਾ ਆਪਣੇ ਘਰ 'ਚ ਗੁੜ ਕੱਢ ਰਿਹਾ, ਤੇ ਲੋਕ ਸਪੈਸ਼ਲ ਉਹਦੇ ਕੋਲੋਂ ਜਾ ਕੇ ਗੁੜ ਬੋ ਕਰਦੇ। ਕਹਿੰਦਾ ਕਿਉਂ? ਕਹਿੰਦਾ ਭਾਈ ਮੈਂ 'ਚ ਮਿਲਾਵਟ ਨਹੀਂ ਕਰਦਾ। ਬਿਨਾਂ ਮਿਲਾਵਟ ਵਾਲਾ ਕਹਿੰਦਾ 80 ਰੁਪਏ ਕਿਲੋ ਦੇ ਲਵਾਂਗਾ, ਅਗਲਾ ਕਹਿੰਦਾ 85 ਚੱਕ, ਪਰ ਚੀਜ਼ ਸ਼ੁੱਧ ਦੇ। ਤੇ ਮਿਲਾਵਟ ਵਾਲਾ 40-45 ਨੂੰ ਮੇਰੇ ਖਿਆਲ ਦੇਈ ਜਾਂਦਾ। ਤੇ ਮਿਲਾਵਟ ਵਾਲੀ ਚੀਜ਼, ਹੁਣ ਗੱਲ ਖਰੇਪਨ ਦੀ ਆ। ਜਿੱਦਣ ਬੰਦਿਆ ਤੇਰੇ ਕੋਲੋਂ ਖਰਾਪਨ ਆ ਗਿਆ ਨਾ, ਖਰਾਪਨ, ਅੱਜ ਖਰੇਪਨ ਦੀ ਘਾਟ ਹੈ, ਅੱਜ ਖੋਟ ਹੈ। ਜ਼ਿੰਦਗੀ ਵਿੱਚ ਬੰਦੇ ਦੇ ਖੋਟ ਹੋਵੇ, ਤੇ ਭਾਵੇਂ ਕੋਈ ਕਾਰੋਬਾਰ ਹੈ, ਤੇ ਭਾਵੇਂ ਕੋਈ ਬੰਦੇ ਨੇ ਵਿਆਹ ਕਰਾਉਣਾ, ਭਾਵੇਂ ਕੋਈ ਬਿਜ਼ਨਸ ਆਰੰਭ ਕਰਨਾ, ਜ਼ਿੰਦਗੀ 'ਚ ਕਦੀ ਕਾਮਯਾਬੀ ਨਹੀਂ ਹੋ ਸਕਦੀ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ। ਜਿੰਨਾ ਰਾਸ ਨਾ ਸੱਚ ਹੈ। ਰਾਸ ਕੀ ਹੁੰਦੀ ਹੈ? ਬਜ਼ੁਰਗਾਂ ਨੂੰ ਪਤਾ, ਵੀਰਾਂ ਨੂੰ। ਰਾਸ ਹੁੰਦੀ ਆ ਤੁਹਾਡੇ ਕੋਲ ਪੂੰਜੀ। ਜਿਵੇਂ ਮੰਨ ਲਓ ਤੁਸੀਂ ਸ਼ਹਿਰ ਚੱਲੇ ਜੇ, ਗੱਡੀ ਲੈਣੀ ਨਵੀਂ, ਪੁਰਾਣੀ ਲੈਣੀ ਹੈ, ਚੱਲਦੀ ਸੈਕਿੰਡ ਹੈਂਡ, ਦੂਜਾ ਬੰਦਾ ਪੁੱਛਦਾ ਰਾਸ ਕਿੰਨੀ ਕਾ ਤੇਰੇ ਕੋਲ, ਤੇ ਬੰਦਾ ਦੱਸਦਾ ਹੈ ਨਾ 5 ਲੱਖ ਹੈਗੀ ਆ, 2 ਲੱਖ ਹੈਗੀ ਆ, 3 ਲੱਖ, ਇਹ ਰਾਸ ਆ ਮੇਰੇ ਕੋਲ, ਮੈਂ ਸਮਾਨ ਲੈਣ ਚੱਲਿਆ। ਰਾਸ ਹੁੰਦੀ ਪੂੰਜੀ। ਅੱਜ ਦੁਨੀਆ ਦਾ ਹਰ ਬੰਦਾ ਸੁਖੀ ਹੋਣਾ ਚਾਹੁੰਦਾ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ, ਜੇ ਸੁਖੀ ਹੋਣਾ ਚਾਹੁੰਦਾ ਤੇ ਰਾਸ ਬਦਲਦਾ ਆਪਣੀ। ਤੇਰੀ ਰਾਸ ਗਲਤ ਹੈ। ਰਾਸ ਕੀ ਆ? ਜਿੰਨਾ ਰਾਸ ਨਾ ਸੱਚ ਹੈ, ਕਿਉਂ ਤਿੰਨਾ ਸੁਖ ਹੋਏ। ਜਿਨ੍ਹਾਂ ਕੋਲ ਰਾਸ ਨਹੀਂ ਨਾ ਸੱਚ ਦੀ ਹੈਗੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ, ਕਿਉਂ ਤਿੰਨਾ ਸੁਖ ਹੋਏ। ਉਹਨਾਂ ਨੂੰ ਸੁੱਖ ਕਿੱਥੋਂ ਆ ਸਕਦਾ? ਬੈੱਡ ਵਧੀਆ ਖਰੀਦ ਸਕਦੇ ਆ, ਪਰ ਨੀਂਦ ਨਹੀਂ ਖਰੀਦੀ ਜਾਣੀ। ਘਰ ਵਧੀਆ ਬਣਾ ਸਕਦੇ, ਪਰ ਵਿੱਚ ਸੁੱਖ ਨਹੀਂ ਮਿਲਣਾ। ਕਿਉਂ? ਕਿਉਂਕਿ ਰਾਸ ਬੰਦੇ ਕੋਲ ਸੱਚ ਦੀ, ਬੋਲੋ ਸਾਧ ਸੰਗਤ ਜੀ। ਅੱਛਾ, ਜੇ ਸੁਖੀ ਹੋਣਾ ਚਾਹੁੰਦਾ ਤੇ ਰਾਸ ਸੱਚ ਦੀ ਲਿਆ, ਸੱਚ ਦੀ ਰਾਸ ਜ਼ਿੰਦਗੀ 'ਚ ਲੈ ਕੇ ਆਏਗਾ, ਤੇਰਾ ਜੀਵਨ ਸੁਖੀ ਹੋ ਜਾਏਗਾ। ਹੁਣ ਪਾਤਸ਼ਾਹ ਜੀ ਕਹਿੰਦੇ, ਜਿੰਨਾ ਰਾਸ ਨਾ ਸੱਚ ਹੈ, ਕਿਉਂ ਤਿੰਨਾ ਸੁਖ ਹੋਏ। ਖੋਟੇ ਵਣਜ ਵਣਜੇ, ਮਨ ਤਨ ਖੋਟਾ ਹੋਏ। ਜਦੋਂ ਬੰਦਾ ਖੋਟ ਦਾ ਵਪਾਰ ਕਰਦਾ, ਉਹਦਾ ਮਨ ਵੀ ਖੋਟਾ ਹੁੰਦਾ ਤੇ ਉਹਦਾ ਤਨ ਵੀ ਖੋਟਾ ਹੁੰਦਾ। ਜਿਸ ਪਾਤਸ਼ਾਹ ਦਾ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਪਟਨਾ ਸਾਹਿਬ ਦੀ ਧਰਤੀ 'ਤੇ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਉਹਨਾਂ ਦੇ ਸਤਿਕਾਰਯੋਗ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਸਮਿਆਂ ਦੇ ਵਿੱਚ ਅਸਾਮ ਦੇ ਏਰੀਏ 'ਚ ਗਏ ਹੋਏ ਨੇ। ਅਸਾਮ ਦੇ ਵਿੱਚ ਰਾਜਿਆਂ ਦੀ ਆਪਸ ਵਿੱਚ ਲੜਾਈ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵਿੱਚ ਪੈ ਕੇ ਉਹਨਾਂ ਰਾਜਿਆਂ ਦੀ ਲੜਾਈ ਮੁਕਾਉਂਦੇ ਨੇ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਦਾ ਰੋਲ ਹੈ। ਉਹਨਾਂ ਨੇ ਰਾਜਿਆਂ ਦੇ ਵਿੱਚ ਪੈ ਕੇ ਲੜਾਈ ਮੁਕਾਈ ਹੈ। ਕਿਉਂ? ਪਾਤਸ਼ਾਹ ਨੂੰ ਪਤਾ ਹੈ
ਜਦੋਂ ਲੜਾਈਆਂ ਹੁੰਦੀਆਂ ਨੇ, ਲੜਾਈਆਂ ਵਿੱਚ ਦੋਵਾਂ ਧਿਰਾਂ ਦਾ ਨੁਕਸਾਨ ਹੁੰਦਾ ਅਤੇ ਆਮ ਮਾਵਾਂ ਦੇ ਪੁੱਤ ਮਰਦੇ ਨੇ। ਜਦੋਂ ਦੇਸ਼ਾਂ ਦੀ ਲੜਾਈ ਹੁੰਦੀ ਹੈ ਨਾ, ਮਨਿਸਟਰਾਂ ਦੇ ਬੱਚੇ ਥੋੜ੍ਹਾ ਮਰਦੇ ਨੇ, ਆਮ ਕਿਸਾਨ ਅਤੇ ਆਮ ਮਜ਼ਦੂਰ ਦਾ ਬੱਚਾ ਮਰਦਾ। ਆਰਮੀ 'ਚ ਕੌਣ ਨੇ? ਚੌਥੇ ਦਿਨ ਤਿਰੰਗੇ 'ਚ ਕੋਈ ਲਪੇਟ ਕੇ ਆ ਜਾਂਦਾ। ਇਹ ਉਦਣ ਤਿਰੰਗੇ, ਇਹ ਉਦਣ ਬਾਰਡਰਾਂ ਤੋਂ ਪੁੱਤ ਮਰਨੇ ਬੰਦ ਹੋਣੇ ਜਿੱਦਣ ਆਗੂਆਂ ਦੇ ਬੱਚੇ ਆਰਮੀ 'ਚ ਭਰਤੀ ਹੋਣਗੇ। ਉਦੋਂ ਲੜਾਈ ਬੰਦ ਹੋ ਜਾਣੀ ਹੈ। ਦੂਜੇ ਦੇਸ਼ ਦੇ ਬੱਚੇ ਵੀ ਜਿਹੜੇ ਵੱਡੇ ਵੱਡੇ ਮੰਤਰੀ ਆ, ਆਗੂ ਆ, ਉਹਨਾਂ ਦੇ ਬੱਚੇ ਆਰਮੀ 'ਚ ਭਰਤੀ ਹੋਣ, ਇੱਧਰੋਂ ਵੀ ਆਰਮੀ ਦੇ, ਫਿਰ ਲੜਨ ਲੱਗਿਆਂ 100 ਵਾਰ ਸੋਚਣਾ ਵੀ ਸਾਡੇ ਘਰ 'ਚ 70 ਵਸਣੇ ਆ। ਅਜੇ ਪਤਾ ਕਿ ਆਮ ਕਿਸਾਨ ਦਾ, ਆਮ ਮਜ਼ਦੂਰ ਦਾ ਬੱਚਾ, ਭਾਵੇਂ ਉਹ ਕਿਸੇ ਵੀ ਸਟੇਟ ਦਾ ਬੱਚਾ ਵਾ, ਕਿਸੇ ਵੀ ਇਲਾਕੇ ਦਾ ਬੱਚਾ ਵਾ, ਚੌਥੇ ਦਿਨ ਤਿਰੰਗੇ 'ਚ ਲਪੇਟ ਕੇ ਕੋਈ ਆ ਜਾਂਦਾ। ਵੇਖ ਲਓ ਤੁਸੀਂ, ਜਿੱਦਣ ਆਗੂਆਂ ਦੇ ਬੱਚੇ ਉਦਣ ਆਹ 70 ਵਸਣੇ ਬੰਦ ਹੋ ਜਾਣਗੇ। ਇਹ ਲੜਾਈਆਂ ਅੱਜ ਤੋਂ ਨਹੀਂ, ਜਦੋਂ ਪੁਰਾਣੇ ਸਮੇਂ 'ਚ ਰਾਜਿਆਂ ਦੀਆਂ ਲੜਾਈਆਂ ਹੁੰਦੀਆਂ ਸੀ, ਆਮ ਮਾਵਾਂ ਦੇ ਪੁੱਤ ਮਰਦੇ ਸੀ। ਗੁਰੂ ਸਾਹਿਬ ਜੀ ਵਿੱਚ ਪਏ, ਰਾਜਿਆਂ ਦੀਆਂ ਲੜਾਈਆਂ ਮੁਕਾਈਆਂ। ਆੜਾ ਪਾਉਂਟਾ ਸਾਹਿਬ ਬਣਿਆ, ਇਹ ਵੀ ਪੌਂ ਦਾ ਅਰਥ ਪੈਰ ਹੁੰਦਾ। ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਚਰਨ ਪਾਏ, ਰਾਜਿਆਂ ਦੀਆਂ ਲੜਾਈਆਂ ਮੁਕਾਈਆਂ ਅਤੇ ਰਾਜੇ ਪ੍ਰਭਾਵਿਤ ਹੋਏ ਗੁਰੂ ਸਾਹਿਬ ਤੋਂ ਕਿ ਤੁਹਾਡੇ ਚਰਨ ਪੈਣ ਨਾਲ ਸਾਡੀਆਂ ਲੜਾਈਆਂ ਮੁੱਕੀਆਂ ਨੇ, ਇੱਥੇ ਕੋਈ ਯਾਦਗਾਰ ਚੀਜ਼ ਬਣੇ। ਪੌਂ ਤੋਂ ਉੱਥੇ ਇਤਿਹਾਸਕ ਸਥਾਨ ਬਣੇ ਪਾਉਂਟਾ ਸਾਹਿਬ ਗੁਰਦੁਆਰਾ। ਇਹਦਾ ਮਤਲਬ ਗੁਰੂ ਸਾਹਿਬ ਦੀ ਮਿਸਾਲ ਮਿਲਦੀ ਵੀ ਗੁਰੂ ਸਾਹਿਬ ਰਾਜਿਆਂ ਦੀਆਂ ਲੜਾਈਆਂ ਵੀ ਮੁਕਾ ਰਹੇ ਸੀ। ਅਤੇ ਅੱਜ ਸਾਡੇ ਸਮਾਜ ਵਿੱਚ ਵੇਖੋ, ਉਹ ਬੜਾ ਹਮੇਸ਼ਾ ਹੀ ਉਹ ਬੰਦੇ ਸਿਆਣੇ ਮੰਨੇ ਜਾਂਦੇ ਆ ਜਿਹੜੇ ਕਿਸੇ ਘਰ ਪਈ ਹੋਈ ਲੜਾਈ ਨੂੰ ਖਤਮ ਕਰਨ। ਨਹੀਂ ਤਾਂ ਲੜਾਈ ਪਾਉਣੀ ਤਾਂ ਬੜੀ ਸੌਖੀ ਹੈ। ਉੱਧਰ ਦੀ ਗੱਲ ਉੱਧਰ ਕਰ ਦਿਓ, ਉੱਧਰ ਦੀ ਗੱਲ ਉੱਧਰ ਕਰ ਦਿਓ, ਵੱਡੇ ਭਰਾ ਦੀ ਛੋਟੇ ਕਰ ਦਿਓ, ਛੋਟੇ ਦੀ ਵੱਡੇ ਕਰ ਦਿਓ। ਅਤੇ ਸਿਆਣੇ ਕਹਿੰਦੇ ਚੁੱਕਣਾ ਪੱਥਰ ਪਾੜ ਦਿੰਦੀ ਆ। ਜਿਹੜੀ ਚੁੱਕਣਾ ਹੁੰਦੀ ਆ ਨਾ, ਉਹ ਕੀ ਪਾੜ ਦਿੰਦੀ ਹੈ ਜੀ? ਪੱਥਰ ਪਾੜ। ਘਰ ਤਾਂ ਪਾੜਨੇ ਬਹੁਤ ਸੌਖੇ ਆ, ਪਰ ਕਿਸੇ ਸੂਰਮੇ ਦੇ ਵਿਰਲੇ ਦੇ ਹਿੱਸੇ ਆਇਆ। ਅੱਜ ਪਿੰਡਾਂ 'ਚ ਵੇਖੋ ਤੁਸੀਂ, ਪਿੰਡਾਂ 'ਚ ਧੜੇ ਬੰਦੀਆਂ, ਪਾਰਟੀ ਬਾਜ਼ੀਆਂ। ਕੋਈ ਕਹਿੰਦਾ ਜੀ ਮੈਂ ਫਲਾਣੇ ਧੜੇ ਦਾ, ਕੋਈ ਕਹਿੰਦਾ ਜੀ ਮੈਂ ਫਲਾਣੇ ਧੜੇ ਦਾ। ਅਤੇ ਜਿਹੜੇ ਲੋਕਾਂ ਨੇ ਧੜੇ ਬਣਾਏ ਨੇ, ਉਹਨਾਂ ਨੇ ਆਪਣੇ ਜਵਾਕ ਵਿਆਹੇ ਇੱਕ ਦੂਜੇ ਵੱਲ, ਉਹਨਾਂ ਦੇ ਰਿਸ਼ਤੇ, ਉਹਨਾਂ ਦੇ ਨਿਆਣੇ ਵਿਆਹੇ ਇੱਕ ਦੂਜੇ ਵੱਲ। ਅਤੇ ਸਾਡੇ ਪਿੰਡਾਂ 'ਚ ਲੋਕ ਇੱਕ ਦੂਜੇ ਨਾਲ ਬੋਲਣਾ ਬੰਦ ਕਰਤਾ। ਕਹਿੰਦਾ ਕਿਉਂ? ਕਹਿੰਦਾ ਤੂੰ ਕਾਲੀਆਂ ਦਾ ਹੈ, ਤੂੰ ਕਾਂਗਰਸ ਦਾ ਹੈ, ਤੂੰ ਝਾੜੂ ਵਾਲਾ ਹੈ, ਤੂੰ ਭਾਜਪਾ ਦਾ ਹੈ। ਉਹ ਭਲਿਓ ਕਦੋਂ ਸਮਝਾਂਗੇ? ਇਹ ਲੋਕ ਸਾਨੂੰ ਵੋਟੀਆਂ ਸੁੱਟ ਕੇ ਲੜਾ ਰਹੇ ਨੇ ਅਤੇ ਆਪ ਰਾਤ ਨੂੰ ਇਕੱਠੇ ਰੋਟੀ ਖਾਂਦੇ ਨੇ। ਜਿਹਨੂੰ ਮਰਜ਼ੀ ਪਾਓ, ਆ ਵੋਟਾਂ ਪੈਣੀਆਂ ਜਿਹਨੂੰ ਮਰਜ਼ੀ ਪਾਓ, ਪਰ ਸਿਆਣਾ ਲੀਡਰ ਵੇਖੋ ਕਿਹੜਾ ਹੈ। ਉਹਦੇ ਸਾਹਮਣੇ ਮੰਗ ਚੰਗੀ ਰੱਖੋ ਕਮ ਸੇ ਕਮ। ਅਗਲਾ ਤੁਹਾਡੀ ਸੋਚ ਤੋਂ ਪਤਾ ਲੱਗੇ ਵੀ ਇਹ ਸੋਚ ਕੀ ਹੈ ਇਹਦੀ। ਅੱਜ ਸੋਚ ਹੀ ਬੜੀ ਨੀਵੀਂ ਹੋ ਗਈ। ਵੇਖੋ ਕਿੱਦਾਂ ਨਸ਼ੇ ਵੰਡੇ ਜਾਣੇ ਆ, ਕਿੱਦਾਂ ਪੈਸਾ ਵੰਡਿਆ ਜਾਣਾ ਹੈ, ਕਿੱਦਾਂ ਲਾਸ਼ਾਂ ਦੇ ਉੱਤੇ ਸਭ ਕੁਝ ਵਾਪਰੇਗਾ। ਕਮ ਸੇ ਕਮ ਇੱਕ ਬੇਨਤੀ ਹੋਰ ਕਰਨ ਲੱਗਾ, ਵੋਟ ਪਾਉਣ ਲੱਗਿਆਂ 700 ਤੋਂ ਵੱਧ ਆਈਆਂ ਲਾਸ਼ਾਂ ਦਾ ਜ਼ਰੂਰ ਚੇਤਾ ਰੱਖ ਲਿਓ। ਦਿੱਲੀ ਦੇ ਬਾਰਡਰਾਂ ਤੋਂ 700 ਤੋਂ ਵੱਧ ਆਈਆਂ ਲਾਸ਼ਾਂ ਦਾ ਜ਼ਰੂਰ ਚੇਤਾ ਰੱਖ ਲਿਓ ਬਸ, ਕਿ ਸਾਡੇ ਬਜ਼ੁਰਗ 1 ਸਾਲ 13 ਦਿਨ 26 ਨਵੰਬਰ 2021 ਤੋਂ ਲੈ ਕੇ ਲਗਭਗ ਨਵੰਬਰ ਮਹੀਨੇ ਦੀ ਸੋਚ ਕੇ ਵੇਖੋ ਤੁਸੀਂ, ਲਗਾਤਾਰ 10 ਦਸੰਬਰ ਤੱਕ, ਕਿਉਂਕਿ 19 ਨਵੰਬਰ ਨੂੰ ਐਲਾਨ ਹੋਇਆ ਸੀ, 10 ਦਸੰਬਰ ਆਖਰੀ ਰਾਤ ਸੀ। ਉੱਥੋਂ 11 ਦਸੰਬਰ ਨੂੰ ਉੱਥੋਂ ਪੰਜਾਬ ਨੂੰ ਸਾਰੇ ਕਿਸਾਨ ਮਜ਼ਦੂਰ ਚੱਲ ਪਏ ਸੀ। 1 ਸਾਲ 13 ਦਿਨ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਸਾਡੇ ਕਿਸਾਨ ਮਜ਼ਦੂਰ ਭਰਾ ਇਕੱਠੇ ਬੈਠੇ ਰਹੇ ਨੇ, ਜਿਨ੍ਹਾਂ 'ਚ ਮਾਵਾਂ ਦੇ ਪੁੱਤਾਂ ਦੀਆਂ ਲਾਸ਼ਾਂ ਵੀ ਆਈਆਂ, ਬੱਚਿਆਂ ਦੀਆਂ ਵੀ ਆਈਆਂ, ਸਾਡੀਆਂ ਮਾਵਾਂ ਦੀਆਂ ਵੀ ਆਈਆਂ। ਕਈ ਮਾਵਾਂ ਟਿਕਰੀ ਬਾਰਡਰ 'ਤੇ ਟਰੱਕ ਚਾੜ੍ਹ ਦਿੱਤਾ ਸੀ, ਨੌਜਵਾਨ ਆਏ। ਕਮ ਸੇ ਕਮ ਚਿਹਰਾ ਚੇਤਾ ਰੱਖ ਲਿਓ। ਇੱਕ ਚੇਤਾ ਹੋਰ ਰੱਖਿਓ, ਜਿਹੜੇ ਲੋਕਾਂ ਦੇ ਵਕਤ ਇਹ ਕਾਨੂੰਨ ਪਾਸ ਹੋਏ ਜਾਂ ਜਿਨ੍ਹਾਂ ਲੋਕਾਂ ਦੇ ਸਾਈਨ ਕੀਤੇ ਸੀ ਇਹਨਾਂ 3 ਕਾਲੇ ਕਾਨੂੰਨਾਂ 'ਤੇ, ਭਾਵੇਂ ਬਾਅਦ 'ਚ ਅਸਤੀਫੇ ਦੇਣੇ ਪਏ, ਚੇਤਾ ਜ਼ਰੂਰ ਰੱਖਿਓ ਜਿਹੜੇ ਬੈਨੀਫਿਟ ਦੱਸਦੇ ਰਹੇ ਪਹਿਲਾਂ। ਇਹ ਚੀਜ਼ਾਂ ਸਾਨੂੰ ਪਤਾ ਹੋਣਾ ਚਾਹੀਦਾ, ਸਾਡਾ ਆਪਣਾ ਕੌਣ ਅਤੇ ਸਾਡਾ ਪਰਾਇਆ ਕੌਣ। ਜਦੋਂ ਤੱਕ ਤੁਹਾਨੂੰ ਆਪਣੇ ਬਗਾਨੇ ਦਾ ਨਹੀਂ ਪਤਾ, ਅਸੀਂ ਘਰਾਂ 'ਚ ਤਾਂ ਪਤਾ ਕਰਦੇ ਹਾਂ। ਸਾਨੂੰ ਕਿਤੇ ਫੁੱਫੜ ਨੇ, ਮਾਸੜ ਨੇ, ਭੂਆ ਨੇ ਕੋਈ ਗੱਲ ਕਹੀ ਹੋਵੇ ਨਾ, ਨਿਆਣਿਆਂ ਨੂੰ ਦੱਸ ਕੇ ਮਰਦੇ ਹਾਂ ਅਸੀਂ
ਉਹਨੇ ਆਪਾਂ ਇੱਦਾਂ ਕੀਤਾ, ਉਹਨੇ ਆਪਣੇ ਨਾਲ ਇੱਦਾਂ ਕੀਤਾ। ਸਾਡੇ ਸਮਾਜ ਦੀ ਸੋਚ ਇੱਦਾਂ ਦੀ ਹੈ। ਲੀਡਰ ਸਾਡੇ ਨਾਲ ਕਿੰਨਾ ਕੁਝ ਕਰੀ ਜਾਂਦੇ ਆ ਕੋਈ ਲੀਡਰ ਆ ਜਾਏ, ਕਈਆਂ ਸੈਲਫੀਆਂ ਲੈਣ ਲੱਗ ਪੈਣੀਆਂ, ਅੱਗੋਂ ਪਿੱਛੋਂ ਸੱਥਾਂ 'ਤੇ ਬਹਿਣ ਕੇ ਉਹ ਲੀਡਰਾਂ ਬੇੜਾ ਗਰਕ ਕਰਤਾ, ਉਹ ਸਤਿਆਨਾਸ਼ ਕਰਤਾ। ਜੇ ਕਿਤੇ ਲੀਡਰ ਭੁੱਲ ਭੁਲੇ ਗੱਡੀ ਲੈ ਕੇ ਪਿੰਡ ਆ ਜਾਏ ਤੇ ਫਿਰ ਸਰੋਪੇ ਲੈ ਕੇ ਉਹਨਾਂ ਦੇ, ਬੋਲੋ ਭਾਗਾਂ ਵਾਲਿਓ, ਫਿਰ ਸਰੋਪੇ ਲੈ ਕੇ ਉਹਨਾਂ ਦੇ ਉਹ ਲਾਗੇ ਬੈਠੇ ਜਵਾਕ ਹੱਸੀ ਜਾਂਦੇ ਆ, ਕਹਿੰਦੇ ਤੁਸੀਂ 24 ਘੰਟੇ ਲੀਡਰਾਂ ਨੂੰ ਗਾਲਾਂ ਕੱਢਦੇ, ਸਰੋਪੇ ਫੇਰ ਮਗਰ ਚੱਕੀ ਫਿਰਦੇ ਜੇ। ਤੇ ਜੇ ਕਿਤੇ ਭੁੱਲ ਭੁਲੇਖੇ ਲੀਡਰ ਨਾਲ ਲੈ ਜੇ ਫੋਟੋ ਤੇ ਲਵਾਉਂਦੇ ਕਿੱਥੇ ਘਰ 'ਚ ਭਲਾ? ਕਿਸੇ ਵੀ ਲੀਡਰ ਨਾਲ ਲੱਥੀ ਫੋਟੋ ਬੰਦਾ ਐਲਬਮ 'ਚ ਨਹੀਂ ਰਹਿਣ ਦਿੰਦਾ, ਡਰਾਇੰਗ ਰੂਮ 'ਚ ਲਾਉਂਦਾ। ਤੇ ਲਾਉਂਦਾ ਉੱਥੇ ਆ ਜਿੱਥੇ ਸੋਫੇ 'ਤੇ ਬੈਠੇ ਰਿਸ਼ਤੇਦਾਰ ਨੂੰ ਸਾਹਮਣੇ ਕੰਧ 'ਤੇ ਲੱਗੀ ਫੋਟੋ ਦਿਸੇ ਕਿ ਮੈਂ ਫਲਾਣੇ ਲੀਡਰ ਨਾਲ ਬਹਿ ਕੇ ਚਾਹ ਦਾ ਕੱਪ ਪੀਤਾ, ਵੇਖ ਲਾ। ਅਗਲਾ ਅਸਲ ਦੇ ਵਿੱਚ ਇਨਡਾਇਰੈਕਟ ਉਹ ਧਮਕਾਉਂਦਾ ਵਾ ਕਿ ਸੋਚ ਸਮਝ ਕੇ ਮੇਰੇ ਨਾਲ ਪੰਗਾ ਨਹੀਂ, ਵੱਡੇ ਵੱਡੇ ਲੀਡਰਾਂ ਨਾਲ ਮੇਰਾ ਉੱਠਣਾ ਬਹਿਣਾ ਹੀ। ਹੁਣ ਇਹਨੂੰ ਇਹ ਨਹੀਂ ਪਤਾ ਵੀ ਤੇਰੇ ਵਰਗੇ 36 ਤੁਰੇ ਫਿਰਦੇ ਅਗਲਿਆਂ ਤੇਰੇ ਕੋਲ ਵੋਟ ਲੈਣ ਲਈ, ਵੋਟਾਂ ਲੈਣ ਲਈ ਤੁਹਾਡੇ ਖੂਹ 'ਤੇ ਰੋਟੀ ਵੀ ਖਾਣਗੇ, ਵੋਟਾਂ ਲੈਣ ਲਈ ਤੁਹਾਡੇ ਜਿੱਥੇ ਤਾਸ਼ ਖੇਡਦੇ ਉੱਥੇ ਵੀ ਆਉਣਗੇ। ਮਜ਼ਾ ਤਾਂ ਜਦੋਂ ਜਿੱਤਣ ਤੋਂ ਬਾਅਦ ਆਪਣੇ ਖੂਹ 'ਤੇ ਸੱਦ ਕੇ ਵਿਖਾਇਓ। ਸਵਾਲ ਤਾਂ ਇਹ ਆ ਨਾ, ਸਾਡੇ ਕਹਿਣਗੇ ਵੇਖੋ ਜੀ ਕਿੱਡਾ ਲੀਡਰ ਚੰਗਾ, ਸਾਡੇ ਖੇਤਾਂ 'ਚ ਹੀ ਆ ਗਿਆ। ਲੀਡਰ ਕਰਦੇ ਵਿਖਾਵੇ ਲਈ, ਗੁਰੂ ਨਾਨਕ ਸਾਹਿਬ ਦੇ ਘਰ ਨੇ ਵਿਖਾਵੇ ਲਈ ਨਹੀਂ ਕੀਤਾ। ਭਾਈ ਲਾਲੋ ਦੇ ਘਰ ਜਦੋਂ ਪ੍ਰਸ਼ਾਦਾ ਛਕਣ ਗਏ ਨੇ, ਗੁਰੂ ਸਾਹਿਬ ਕੋ MLA ਕੋ MP ਨਹੀਂ ਬਣਨਾ। ਗੁਰੂ ਸਾਹਿਬ ਦੇ ਘਰ ਦੀ ਸੋਚ ਐਸੀ ਵੀ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ, ਮਾਥੇ ਛਤਰ ਧਰਿਆ। ਇਹ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਆ। ਇੱਥੇ ਤਾਂ ਲੀਡਰਾਂ ਨੂੰ ਚੌਥੇ ਸਾਲ ਜਾ ਕੇ ਚੇਤਾ ਆਉਂਦਾ ਆਮ ਗਰੀਬਾਂ ਦੇ ਘਰ ਰੋਟੀ ਖਾਣ ਦਾ। ਚੌਥੇ ਸਾਲ ਜਦੋਂ ਐਂਡ ਵਾਲਾ ਸਾਲ ਹੁੰਦਾ, ਅਖੀਰਲਾ, ਜਦੋਂ ਵੋਟਾਂ ਦਾ ਅਖੀਰਲਾ ਸਮਾਂ, ਉਦੋਂ ਤੁਹਾਡੇ ਟਿਊਬਵੈੱਲ 'ਤੇ ਵੀ ਆਉਣਗੇ, ਤੁਹਾਡੇ ਘਰ ਆਣ ਕੇ ਰੋਟੀ ਵੀ ਖਾਣ। ਪਰ ਗੁਰੂ ਨਾਨਕ ਸਾਹਿਬ ਦਾ ਘਰ ਇੱਦਾਂ ਨਹੀਂ ਆ। ਗੁਰੂ ਨਾਨਕ ਸਾਹਿਬ ਨੇ ਆਮ ਵਰਗ ਨਾਲ ਪਿਆਰ ਕੀਤਾ। ਆ ਪੰਗਤ ਬੈਠ ਕੇ ਆਪਾਂ ਪ੍ਰਸ਼ਾਦਾ ਛਕਦੇ ਹਾਂ, ਆਪਾਂ ਇਕੱਠੇ ਬੈਠੇ ਹੁਣ ਸੰਗਤ ਵਿੱਚ। ਇੱਥੇ 100 ਕਿੱਲੇ ਦਾ ਮਾਲਕ ਵੀ ਸੰਗਤ 'ਚ ਬੈਠਾ ਤੇ ਉਹਦੇ ਖੇਤਾਂ 'ਚ ਕੰਮ ਕਰਨ ਵਾਲਾ ਵੀ ਸੰਗਤ 'ਚ ਬੈਠਾ। ਕਦੀ ਬਾਂਹ ਫੜ ਕੇ ਬਾਹਰ ਉਠਾ ਸਕਦਾ ਵੀ ਤੂੰ ਉੱਠ ਭਾਈ, ਤੂੰ ਮੇਰੇ ਬਰਾਬਰ ਕਿਉਂ ਬੈਠਾ? ਇਹ ਸੰਗਤ ਪੰਗਤ ਗੁਰੂ ਨਾਨਕ ਸਾਹਿਬ ਦੇ ਘਰ ਦੇ ਮੇਨ ਸਿਧਾਂਤ ਆ। ਨਹੀਂ ਤੇ ਕੋਈ ਲੀਡਰ ਦੇ ਬਰਾਬਰ ਬਹਿ ਕੇ ਵਿਖਾਵੇ। ਕਦੀ ਸੋਚ ਕੇ ਵੇਖੋ ਤੁਸੀਂ, ਬਾਬਾ ਲਹਿਣਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਬਾਰੇ ਸੁਣਿਆ ਸੀ ਕਿ ਕਰਤਾਰਪੁਰ ਦੀ ਧਰਤੀ 'ਤੇ ਧੰਨ ਗੁਰੂ ਨਾਨਕ ਸਾਹਿਬ ਵਰਗੀ ਸ਼ਖਸੀਅਤ ਬੈਠੇ ਨੇ। ਅਤੇ ਬਾਬਾ ਲਹਿਣਾ ਜੀ, ਉਹਨਾਂ ਦੇ ਪਿਤਾ ਜੀ ਵੈਸ਼ਨੋ ਦੇਵੀ 'ਤੇ ਜਾਂਦੇ ਹੁੰਦੇ ਸੀ, ਉਹਦਾ ਪਰਿਵਾਰ ਉੱਧਰ ਜਾਂਦਾ ਸੀ। ਅਤੇ ਉਹਨਾਂ ਦੇ ਪਿਤਾ ਦੀ ਡੈਥ ਹੋਣ ਤੋਂ ਬਾਅਦ ਬਾਬਾ ਲਹਿਣਾ ਜੀ ਨੇ ਸੇਵਾ ਆਪਣੇ ਹੱਥੀਂ ਲੈ ਲਈ। ਪਰ ਜਦੋਂ ਜਾਗੇ ਕਿੱਦਾਂ ਵੇਖੋ ਹੁਣ, ਜਦੋਂ ਪਬਲਿਕ ਨਾਲ ਲੈ ਕੇ ਬਾਕੀਆਂ ਨੂੰ ਘਰਾਂ ਨੂੰ ਘੱਲਤਾ, ਆਪ ਕਰਤਾਰਪੁਰ ਨੂੰ ਚੱਲ ਪਏ। ਅਤੇ ਬਾਬਾ ਲਹਿਣਾ ਜੀ ਘੋੜੇ 'ਤੇ ਸਵਾਰ ਨੇ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਨਦੀਨ ਕੱਢ ਰਹੇ ਨੇ, ਫਸਲ ਦੇ ਵਿੱਚੋਂ ਨਦੀਨ ਕੱਢ ਰਹੇ ਨੇ। ਅਤੇ ਜਾ ਕੇ ਬਿਲਕੁਲ ਲਾਗੇ ਉਹਨੂੰ ਪੁੱਛਦੇ, ਜੀ ਮੈਂ ਨਾਨਕ ਤਪੇ ਦੀ ਸਰਾਂ ਜਾਣਾ। ਅਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਪੁਰਖਾ ਲੈ ਚੱਲਦੇ ਹਾਂ ਤੈਨੂੰ। ਬਾਬਾ ਲਹਿਣਾ ਜੀ ਘੋੜੇ 'ਤੇ ਸਵਾਰ ਵਾ, ਜਿਵੇਂ ਮੰਨ ਲਓ ਕਿ ਅੱਜ ਕੱਲ੍ਹ ਤਾਂ ਸਾਈਨ ਬੋਰਡ ਲੱਗੇ ਹੋਏ ਆ, ਪੁੱਛਣ ਦੀ ਲੋੜ ਨਹੀਂ, GPS ਤੁਸੀਂ ਆਪਣੇ ਘਰ ਦੀ ਲੋਕੇਸ਼ਨ ਪਾਓ, ਅਗਲਾ ਰਿਸ਼ਤੇਦਾਰ ਸਿੱਧਾ ਤੁਹਾਡੇ ਘਰ ਲਿਆ ਗੱਡੀ ਡੱਕਦਾ। ਪਰ ਪਹਿਲਾਂ ਇਹ ਸਮਾਂ ਥੋੜ੍ਹਾ ਸੀ। ਉਦੋਂ ਘੋੜਿਆਂ 'ਤੇ ਊਠਾਂ 'ਤੇ ਕੋਈ ਲੋਕ ਰਾਹ ਪੁੱਛ ਕੇ ਜਾਂਦੇ ਸੀ। ਬਾਬਾ ਲਹਿਣਾ ਜੀ ਪੁੱਛਦੇ ਆ ਪੁਰਖ ਵੀ ਮੈਂ ਨਾਨਕ ਤਪੇ ਦੀ ਸਰਾਂ ਜਾਣਾ। ਅਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਪੁਰਖਾ ਲੈ ਚੱਲਦੇ ਤੈਨੂੰ ਨਾਨਕ ਤਪੇ ਦੀ ਸਰਾਂ। ਗੁਰੂ ਨਾਨਕ ਸਾਹਿਬ ਹੀ ਕਹਿੰਦੇ। ਅਤੇ ਗੁਰੂ ਨਾਨਕ ਸਾਹਿਬ ਆਪਣੇ ਖੇਤਾਂ 'ਚੋਂ ਬਾਹਰ ਨਿਕਲੇ, ਹੱਥ ਸਾਫ਼ ਕੀਤੇ ਅਤੇ ਬਾਬਾ ਲਹਿਣਾ ਜੀ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ, ਤੁਰ ਪਏ। ਬਾਬਾ ਲਹਿਣਾ ਜੀ ਘੋੜੇ 'ਤੇ ਸਵਾਰ ਨੇ, ਤੁਰੇ ਜਾਂਦੇ ਆ। ਸਾਖੀਕਾਰ ਲਿਖਦਾ, ਤੁਰੇ ਜਾਂਦੇ ਆ, ਰਸਤੇ 'ਚ ਗੱਲਾਂ ਚੱਲਦੀਆਂ ਰਹਿੰਦੀਆਂ। ਜਦੋਂ ਬਿਲਕੁਲ ਸਰਾਂ ਦੇ ਲਾਗੇ ਪਹੁੰਚੇ ਅਤੇ ਗੁਰੂ ਨਾਨਕ ਸਾਹਿਬ ਬਾਬਾ ਲਹਿਣਾ ਜੀ ਨੂੰ ਕਹਿੰਦੇ ਵੀ ਆਪਣਾ ਪੁਰਖਾ ਘੋੜਾ ਉਹ ਦਰਖਤ ਨਾਲ ਬੰਨ੍ਹਦੇ ਅਤੇ ਇੱਧਰ ਆਣ ਕੇ ਜਿਨ੍ਹਾਂ ਨੂੰ ਮਿਲਣ ਆਇਆ ਉਹਨਾਂ ਨੂੰ ਆਣ ਕੇ ਮਿਲ ਲਾ।
ਗੁਰੂ ਨਾਨਕ ਸਾਹਿਬ ਉਨੀ ਦੇਰ ਆਪਣੇ ਹੱਥ ਪੈਰ ਸਾਫ਼ ਕਰਕੇ ਜਿਹੜੇ ਉਹਨਾਂ ਨੇ ਕੱਪੜੇ, ਹੁਣ ਖੇਤਾਂ 'ਚ ਕੰਮ ਕਰਨ ਵਾਲੇ ਕੱਪੜੇ ਹੁੰਦੇ, ਜਿਵੇਂ ਮੰਨ ਲਓ ਆਪਣਾ ਪਾਪਾ ਜੀ ਖੇਤਾਂ 'ਚ ਕੰਮ ਕਰਦੇ ਹੋਣ ਅਤੇ ਆਪਾਂ ਨੂੰ ਫੋਨ ਆ ਜੀ ਫਲਾਣੇ ਰਿਸ਼ਤੇਦਾਰ ਆਉਣ ਵਾਲੇ ਆ, ਅਤੇ ਆਪਾਂ ਦਬ ਉਹਨਾਂ ਨੂੰ ਬੁਲਾ ਕੇ ਅਤੇ ਕੀ ਕਹਿੰਦੇ ਜੀ ਆਪਣੇ ਹੱਥ ਪੈਰ ਸਾਫ਼ ਕਰ ਲਓ ਅਤੇ ਕੱਪੜੇ ਨਵੇਂ ਪਾ ਲਓ। ਇੱਦਾਂ ਹੀ ਕਰਦੇ ਆਪਾਂ। ਕੋਈ ਖੇਤਾਂ ਵਾਲੇ ਕੱਪੜੇ ਆਪਣੇ ਹੋਰ ਹੁੰਦੇ ਆ, ਅਤੇ ਜਦੋਂ ਆਪਾਂ ਕਿਤੇ ਆਉਣਾ ਜਾਣਾ ਜਾਂ ਆਪਾਂ ਨੂੰ ਕੋਈ ਰਿਸ਼ਤੇਦਾਰ ਆ ਰਿਹਾ ਤਾਂ ਆਪਾਂ ਆਪਣੇ ਕੱਪੜੇ ਚੇਂਜ ਕਰ ਲੈਂਦੇ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਨੀ ਦੇਰ ਨੂੰ ਆਪਣੇ ਬਸਤਰ ਸਾਫ਼ ਪਾ ਕੇ ਅਤੇ ਆਣ ਕੇ ਬਹਿ ਗਏ। ਬਾਬਾ ਲਹਿਣਾ ਜੀ ਹੈਰਾਨ ਹੋਏ ਵੀ ਜਿਸ ਮਹਾਨ ਸ਼ਖਸੀਅਤ ਦੀ ਮੈਂ ਸੋਭਾ ਸੁਣ ਕੇ ਏਡੀ ਦੂਰੋਂ ਚੱਲ ਕੇ ਆਇਆ, ਮੈਂ ਘੋੜੇ 'ਤੇ ਸਵਾਰ ਅਤੇ ਉਹ ਮੇਰੇ ਘੋੜੇ ਦੀਆਂ ਵਾਗਾਂ ਫੜ ਕੇ ਮੇਰੇ ਨਾਲ ਨਾਲ ਤੁਰ ਕੇ ਆਏ ਆ। ਕੀ ਗੁਰੂ ਨਾਨਕ ਸਾਹਿਬ ਨੇ ਇਹ ਵੋਟਾਂ ਲੈਣ ਲਈ ਕੀਤਾ ਸੀ ਕਿ ਬਾਬੇ ਲਹਿਣੇ 'ਤੇ ਪ੍ਰਭਾਵ ਪਵੇ ਕਿ ਇਹ ਮੈਨੂੰ ਵੋਟ ਪਾਵੇ? ਹੈਰਾਨ ਹੋ ਗਿਆ ਬਾਬਾ ਲਹਿਣਾ, ਕਹਿੰਦਾ ਜਿਹਦੀ ਮੈਂ ਸੋਭਾ ਐਡੀ ਕਮਾਲ ਦੀ ਸੁਣ ਕੇ ਆਇਆ, ਉਹ ਘੋੜੇ 'ਤੇ ਸਵਾਰ, ਉਹ ਮੇਰੇ ਨਾਲ ਨਾਲ ਪੈਦਲ ਤੁਰ ਕੇ ਆਏ ਅਤੇ ਮੈਂ ਘੋੜੇ 'ਤੇ ਸਵਾਰ। ਅਤੇ ਹੁਣ ਪਤਾ ਤਾਂ ਹੁੰਦਾ ਹੈ ਨਾ, ਗੁਰੂ ਨਾਨਕ ਸਾਹਿਬ ਨੂੰ ਪਤਾ ਇਹਦੇ ਅੰਦਰ ਹੁਣ ਕੀ ਚੱਲਣ ਡਿਆ। ਕਹਿੰਦੇ ਪੁਰਖਾ ਜਿਹੜੀ ਤੇਰੇ ਅੰਦਰ ਹਲਚਲ ਹੋ ਰਹੀ ਹੈ ਨਾ, ਮੈਨੂੰ ਸਾਰਾ ਪਤਾ, ਕੋਈ ਗੱਲ ਨਹੀਂ, ਆ ਜਾ, ਆਹ ਗੱਲਾਂ ਬਾਤਾਂ ਕਰੀਏ। ਇਹ ਤੋਂ ਕੀ ਸਿੱਖਿਆ ਮਿਲੀ ਭਲਾ? ਮੰਨ ਲਓ ਤੁਹਾਨੂੰ ਕੋਈ ਕਿਸੇ ਡੇਰੇਦਾਰ ਦਾ ਚੇਲਾ ਹੋਵੇ, ਉਹ ਕਹੇ ਜੀ ਮੈਂ ਤੁਹਾਨੂੰ ਮਹਾਂਪੁਰਖਾਂ ਨੂੰ ਮਿਲਾ ਕੇ ਲਿਆਉਣਾ, ਅਤੇ ਤੁਸੀਂ ਬਾਬੇ ਨੂੰ ਮਿਲਣ ਚੱਲ ਜਾਓ ਅਤੇ ਉਹ ਤੁਹਾਡੇ ਨਾਲ ਨਾ ਜਾਵੇ। ਜਿਹਨੇ ਤੁਹਾਨੂੰ ਕਿਸੇ ਬਾਬੇ ਦੀ ਸ਼ੋਭਾ ਦੱਸੀ ਹੋਵੇ ਵੀ ਫਲਾਣੇ ਮਹਾਂਪੁਰਖ ਬੜੀ ਕਰਨੀ ਵਾਲੇ ਆ, ਬੜਾ ਸਾਦਾ ਜੀਵਨ ਉਹਨਾਂ ਦਾ, ਇੱਦਾਂ ਇੱਦਾਂ ਦੱਸੇ ਤੁਹਾਨੂੰ, ਅਤੇ ਤੁਸੀਂ ਉਹਨੂੰ ਉਹਦੇ ਬਿਨਾਂ ਦੱਸਿਆ ਉਹਦੇ ਡੇਰੇ ਚੱਲ ਜਾਓ। ਕਿਉਂਕਿ ਭਾਈ ਜੋਧ ਦੇ ਰਾਹੀਂ ਬਾਬੇ ਲਹਿਣੇ ਨੂੰ ਪਤਾ ਲੱਗਾ ਸੀ, ਭਾਈ ਜੋਧ ਦੇ ਨਾਲ ਗਿਆ ਨਹੀਂ, ਬਾਬਾ ਲਹਿਣਾ ਜੀ ਸਿੱਧੇ ਚਲੇ ਗਏ। ਮੰਨ ਲਓ ਐਗਜ਼ਾਮਪਲ ਦੇਣ ਲੱਗਾ, ਕਿਸੇ ਬਾਬੇ ਦਾ ਚੇਲਾ ਕਹਿੰਦਾ ਆ ਵੀ ਤੁਹਾਨੂੰ ਮੈਂ ਮਹਾਂਪੁਰਖ ਮਿਲਾ ਕੇ ਲਿਆਉਣਾ, ਬੜੇ ਕਰਨੀ ਵਾਲੇ ਆ, ਉਹਨੇ ਤੁਹਾਡੇ ਕੋਲ ਬੜੇ ਗੁਣ ਗਾਏ, ਤੁਸੀਂ ਸੁਣ ਲਏ, ਉਹਦੇ ਕੋਲ ਟਾਈਮ ਹੈ ਨਹੀਂ, ਤੁਸੀਂ ਸਿੱਧੇ ਉਹਦੇ ਡੇਰੇ ਚਲੇ ਗਏ। ਕਦੀ ਐਸਾ ਹੋਊਗਾ ਵੀ ਤੁਸੀਂ ਉਸੇ ਬਾਬੇ ਨੂੰ ਜਾ ਕੇ ਪੁੱਛੋ ਵੀ ਮੈਂ ਫਲਾਣੇ ਮਹਾਂਪੁਰਖਾਂ ਨੂੰ ਮਿਲਣਾ ਆ, ਉਦੋਂ ਦੂਜੋਂ ਪਛਾਣਿਆ ਜਾਣਾ। ਜਦੋਂ ਬਾਬਾ ਜੀ ਬੈਠੇ ਹੋਏ ਕਿਸੇ ਆਸਣ 'ਤੇ, ਉਹਦੇ ਲਾਗੇ ਤੌਲੀ ਵਾਲਾ ਬੈਠਾ ਹੋਇਆ, ਕਿਸੇ ਨੇ ਤੀਰ ਫੜਿਆ ਹੋਇਆ, ਕੋਈ ਪੈਰ ਧਵਾਉਣ ਨੂੰ ਹੋਇਆ, ਲਾਗੇ ਪ੍ਰਸ਼ਾਦ ਰੱਖਿਆ ਹੋਇਆ, ਏਸੀ 'ਚ ਵੀ ਪੱਖੀ ਝੱਲ ਰਿਹਾ ਹੋਣਾ ਪਹਿਲੀ ਗੱਲ ਤਾਂ ਉਹਨੂੰ ਕੋਈ, ਕਿ ਮੱਖੀ ਨਾ ਬਾਬਾ ਜੀ ਦੇ ਮੂੰਹ 'ਤੇ ਬਹਿ ਜੇ। ਉਹ ਤਾਂ ਦੂਰੋਂ ਦਾ ਢਕਵਾਂ 'ਚ ਪਤਾ ਲੱਗ ਨਾ ਉਹਨੇ ਸੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਣਾ, ਉਹਦੇ ਵਿਖਾਵੇ ਤੋਂ ਹੀ। ਅਤੇ ਅੱਜ ਗੱਲ ਕੀਤੀ ਜਾ ਰਹੀ ਹੈ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਦੀ। ਸਭ ਤੋਂ ਪਹਿਲੀ ਗੱਲ ਹੈ, ਜਿਹੜਾ ਤੁਹਾਡੇ ਬਰਾਬਰ ਬਹਿ ਕੇ ਰੋਟੀ ਨਹੀਂ ਖਾ ਸਕਦਾ, ਇਹਦਾ ਅਰਥ ਉਹ ਤੁਹਾਨੂੰ ਨੀਵਾਂ ਸਮਝਦਾ ਅਤੇ ਆਪਣੇ ਆਪ ਨੂੰ ਉੱਚਾ ਸਮਝਦਾ। ਧਿਆਨ ਨਾਲ ਸੁਣਿਓ ਗੱਲ ਨੂੰ। ਆਹ ਲੀਡਰ ਵੋਟਾਂ ਵੇਲੇ ਤੁਹਾਡੇ ਬਰਾਬਰ ਬਹਿ ਕੇ ਪ੍ਰਸ਼ਾਦਾ ਛਕਦੇ, ਅੱਗੋਂ ਪਿੱਛੋਂ ਤੇ ਉਹ ਕਹਿੰਦੇ ਤੁਸੀਂ ਸਾਡੇ ਵਰਗੇ ਹੈ ਹੀ ਨਹੀਂ ਆ। ਇਹੋ ਲੀਡਰ, ਹੁਣ ਤੁਸੀਂ ਵੇਖੋ ਕਿੱਦਾਂ ਨਾਟਕ ਹੋ ਰਹੇ ਆ। ਰਾਹ ਦੇ ਵਿੱਚ ਕੋਈ ਐਕਸੀਡੈਂਟ ਹੁੰਦਾ ਅਤੇ ਭੱਜ ਕੇ ਲੀਡਰ ਗੱਡੀ 'ਚ ਉਤਰ ਕੇ ਉਹਨੂੰ ਮਰੀਜ਼ ਨੂੰ ਹੌਸਪੀਟਲ ਪਹੁੰਚਾ ਰਿਹਾ। ਕਾਹਦੇ ਲਈ? ਵੀ ਪਤਾ ਲੱਗੇ ਮੈਂ ਬੜਾ ਹਮਦਰਦ ਹਾਂ। ਇਹ 22 ਦੀਆਂ ਵੋਟਾਂ ਲੰਘਣ ਦਿਓ, ਫੇਰ ਕੋਈ ਵੀਡੀਓ ਇੱਦਾਂ ਦੀ ਵਿਖਾਇਓ ਵੀ ਕਿਸੇ ਐਕਸੀਡੈਂਟ ਵਾਲੇ ਦੀ ਕਿਸੇ ਦੀ ਹੈਲਪ ਕੀਤੀ ਹੋਵੇ ਕਿਸੇ ਦੀ, ਕਿਉਂਕਿ ਫਿਰ ਤਾਂ ਉਹਨਾਂ ਨੂੰ 3-4 ਸਾਲ ਤੇ ਉਹਨਾਂ ਪੂਰਾ ਰੱਜ ਕੇ ਤਬਾਹੀ ਮਚਾਉਣੀ ਆ, ਫਿਰ ਮਗਰਲੇ ਦਿਨਾਂ 'ਤੇ ਆਣ ਕੇ ਫਿਰ ਹਮਦਰਦੀ ਜਾਗੇਗੀ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸੋਚ ਬਾ ਕਮਾਲ। ਇਹੋ ਗੱਲ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤੀ। ਜਦੋਂ ਆਮ ਵਰਗ ਨੂੰ ਪਿਆਰ ਕੀਤਾ, ਆਮ ਵਰਗ ਦੇ ਨਾਲ ਸਨੇਹ ਕੀਤਾ ਗੁਰੂ ਸਾਹਿਬ ਜੀ ਨੇ। ਐਵੇਂ ਨਹੀਂ, ਗੁਰੂ ਸਾਹਿਬ ਜੀ ਨੇ ਇਸੇ ਸਮਾਜ ਵਿੱਚੋਂ ਆਮ ਬੰਦੇ ਲੈ ਕੇ ਉਹਨਾਂ ਨੂੰ ਸਿੱਖਿਆ ਦਿੱਤੀ, ਉਪਦੇਸ਼ ਦਿੱਤਾ। ਅਤੇ ਧੰਨ ਗੁਰੂ ਗੋਬਿੰਦ ਸਿੰਘ ਵਰਗੀ ਸ਼ਖਸੀਅਤ, ਜਿਨ੍ਹਾਂ ਦੇ ਪਿਤਾ ਰਾਜਿਆਂ ਦੇ ਵਿੱਚ ਪੈ ਕੇ ਲੜਾਈਆਂ ਮੁਕਾਉਂਦੇ ਨੇ, 3.5-4 ਸਾਲ ਦੇ ਬਾਅਦ ਉਹਨਾਂ ਦੇ ਮਗਰੋਂ ਬਾਲ ਗੋਬਿੰਦ ਰਾਏ ਜੀ ਦਾ ਜਨਮ ਹੁੰਦਾ ਹੈ ਪਟਨਾ ਸਾਹਿਬ ਦੀ ਧਰਤੀ 'ਤੇ। ਜਦੋਂ ਅਸਾਮ ਦੇ ਏਰੀਏ 'ਚ ਗੁਰੂ ਤੇਗ ਬਹਾਦਰ ਸਾਹਿਬ ਗਏ ਆ, ਘਰ 'ਚ ਪੁੱਤਰ ਦਾ ਜਨਮ ਹੋਵੇ ਅਤੇ ਬਾਪ ਜਿੰਨਾ ਮਰਜ਼ੀ ਜ਼ਰੂਰੀ ਕੰਮ ਗਿਆ ਹੋਵੇ ਨਾ, ਉਹਦੇ ਮਨ ਦੀ ਇੱਛਾ ਹੋਏਗੀ ਮੈਂ ਦਵਾ ਦਵਾ ਆਣ ਕੇ ਆਪਣੇ ਪੁੱਤਰ ਦਾ ਚਿਹਰਾ ਵੇਖਾਂ। ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਇਤਿਹਾਸ ਦੱਸਦਾ ਵੀ 3-3.5 ਸਾਲਾਂ ਬਾਅਦ ਉਹ ਵਾਪਸ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਆਣ ਕੇ ਵੇਖਦੇ ਆ ਪਟਨਾ ਸਾਹਿਬ। ਇਹਦਾ ਮਤਲਬ ਉਹਨਾਂ ਨੂੰ ਜ਼ਰੂਰੀ ਕੰਮ ਕੀ ਸੀ? ਉਹ ਸਮਾਜ ਦਾ ਭਲਾ ਕਰ ਰਹੇ ਸੀ, ਪਰਉਪਕਾਰ ਕਰ ਰਹੇ ਸੀ। ਉਹ ਲੋਕਾਂ ਨੂੰ ਚੰਗੇ ਕਰਮਾਂ ਦੀ, ਚੰਗੀ ਸੋਚ ਦੇ ਧਾਰਨੀ ਹੋਣ ਦੀ ਸਿੱਖਿਆ ਦੇ ਰਹੇ ਸੀ। ਗੱਲ ਫਿਰ ਇੱਥੇ ਆ ਗਈ ਵੀ ਤੁਸੀਂ ਕਿਸੇ ਨੂੰ ਕੱਪੜਾ ਵੀ ਬਣਾ ਕੇ ਦੇ ਦਿਓ, ਤੁਸੀਂ ਕਿਸੇ ਨੂੰ, ਜਦੋਂ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਨਾ, ਜੈਸੇ ਜਿੱਦਾਂ ਕੋਈ ਬੰਦਾ 100 ਘਰ ਸੋਨਵੇ ਬਣਾ ਕੇ ਕਿਸੇ ਨੂੰ ਦਾਨ ਕਰ ਦੇਵੇ, ਮੰਨ ਲਓ ਐਗਜ਼ਾਮਪਲ ਹੈ ਵੀ ਕੋਈ 100 ਘਰ ਬਣਾ ਕੇ ਇੱਦਾਂ ਗਰੀਬਾਂ ਨੂੰ ਦੇ ਦੇਵੇ, ਤੁਸੀਂ 100 ਘਰ ਬਣਾ ਕੇ 'ਚ ਰਹੋ,
ਤੇ ਦੂਜੇ ਬੰਨੇ ਕੋਈ ਬੰਦਾ ਇੱਕ ਬੰਦੇ ਨੂੰ ਕੋਈ ਜੀਵਨ ਜਾਚ ਸਿਖਾ ਦੇਵੇ ਵੀ ਇੱਦਾਂ ਜੀਵਨ ਜਾਚ ਹੁੰਦੀ ਆ। ਹੁਣ ਘਰ ਬਣ ਗਿਆ, ਪਰ ਘਰ ਜੇ ਰਹਿਣਾ ਨਾ ਆਇਆ ਤੇ, ਪਰ ਜੇ ਤੁਸੀਂ ਕਿਸੇ ਨੂੰ ਜੀਵਨ ਜਾਚ ਸਿਖਾਤੀ ਤੇ ਕੱਖਾਂ ਦੀ ਕੁੱਲੀ ਨੂੰ ਵੀ ਅਗਲਾ ਮਹੱਲ ਬਣਾ ਸਕਦਾ। ਹੁਣ ਕਈ ਬੰਦਿਆਂ ਦੇ ਕੋਲ ਬਹੁਤ ਵਧੀਆ ਰਹਿਣ ਸਹਿਣ ਹੈ, ਪਰ ਜੀਵਨ ਜਾਚ ਹੈ ਨਹੀਂ, ਰਹਿਣ ਦਾ ਪਤਾ ਨਹੀਂ ਵਿੱਚ ਰਹਿਣਾ ਕਿੱਦਾਂ। ਸਭ ਤੋਂ ਵੱਡੀ ਸੋਚ ਹੈ ਜਿਹੜੀ ਅਮੀਰੀ ਗਰੀਬੀ ਹੈ ਨਾ, ਉਹ ਪੈਸੇ ਦੀ ਨਹੀਂ ਹੈਗੀ। ਨਾ 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 ਨਾ, ਇਹ ਭੁਲੇਖਾ ਹੈ। ਅਮੀਰੀ ਗਰੀਬੀ ਸੋਚ ਦੀ ਹੈ। ਆ ਮੈਂ ਅੰਦੋਲਨ 'ਚ ਵੇਖਿਆ, ਕਿਉਂਕਿ ਲਗਾਤਾਰ 1 ਸਾਲ 13 ਦਿਨ ਉੱਥੇ ਰਹੇ ਹਾਂ। ਕਈਆਂ ਘਰਾਂ 'ਚ 3-3 ਟਰੈਕਟਰ ਖਲੋਤੇ ਸੀ, ਉਹਨਾਂ ਕੋਲ ਤੇਲ ਹੀ ਨਹੀਂ ਪਿਆ ਟਰੈਕਟਰਾਂ 'ਚ ਦਿੱਲੀ ਜਾਣ ਲਈ, ਅਤੇ ਕਈ 1.5 ਕਨਾਲ ਵਾਲੇ 10-10 ਵਾਰੀ ਹੋ ਆਏ ਉੱਥੋਂ। ਫਿਰ ਅਮੀਰ ਕੌਣ ਹੋਇਆ? ਬੋਲ ਕੇ ਦੱਸਿਓ ਹੁਣ, ਬੋਲੋ ਭਾਈ ਗੁਰੂ ਕੇ ਪਿਆਰਿਓ। ਹੁਣ ਇੱਕ ਬੰਦੇ ਦੀ ਕਨਾਲ ਜ਼ਮੀਨ ਆ, ਉਹ 10 ਵਾਰੀ ਹੋਇਆ, ਅਤੇ ਕਈਆਂ ਦੇ ਘਰਾਂ 'ਤੇ ਕੰਪੈਨਾਂ 'ਤੇ ਟਰੈਕਟਰ ਖਲੋਤੇ ਸੀ। ਉਹਨਾਂ ਨੇ ਆਪਣੇ ਘਰੋਂ ਕਦਮ ਤੱਕ ਨਹੀਂ ਪੱਟਿਆ। ਕਈਆਂ ਨੇ ਦੂਜਿਆਂ ਦੇ ਟਰੈਕਟਰਾਂ 'ਚ ਵੀ ਤੇਲ ਪਾਇਆ, ਕਈਆਂ ਦੇ ਕੋਲੋਂ ਆਪਣੇ ਟਰੈਕਟਰਾਂ 'ਚ ਤੇਲ ਨਹੀਂ ਪਿਆ। ਕਈਆਂ ਨੇ, ਕਈ ਐਸੇ ਸਾਡੇ ਪੰਜਾਬ 'ਚ ਜਾਂ ਹਰਿਆਣੇ ਦੇ ਵੀਰ ਸੀ, ਇੱਕ ਹਰਿਆਣੇ ਦਾ ਵੀਰ ਸੀ, ਪੰਜਾਬ ਦੇ ਕਈ ਐਸੇ ਵੀਰ ਸੀ ਜਿਨ੍ਹਾਂ ਨੇ ਦੂਜਿਆਂ ਦੇ ਟਰੈਕਟਰਾਂ 'ਚ ਵੀ ਤੇਲ ਪਾਇਆ ਵੀ ਜੇ ਤੇਰੇ ਕੋਲ ਨਹੀਂ ਤੇਲ ਜੋਗੇ ਪੈਸੇ ਹੈਗੇ ਮੈਂ ਪਾ ਦਿੰਦਾ, ਤੂੰ ਜਾ। ਇੱਦਾਂ ਦੇ ਬੰਦੇ ਵੀ ਅੰਦੋਲਨ ਦੇ ਵਿੱਚ ਪਹੁੰਚੇ। ਕਾਹਦੇ ਲਈ ਸੀ? ਕਿ ਜੇ ਅੱਜ ਨਾ ਜਾਗੇ ਤਾਂ ਸੱਚੀ ਗੱਲ ਹੈ, ਜਿਹੜੀ ਏਕਤਾ ਸਾਡੀ ਕਿਸਾਨੀ ਅੰਦੋਲਨ ਸੀ ਹੁਣ ਕਿੱਥੇ ਆ? ਕਿੱਡੀ ਤਗੜੀ ਏਕਤਾ ਸੀ ਉਦੋਂ। ਉੱਥੇ ਮਾਝੇ ਦਾ ਬੈਠਾ, ਉੱਥੇ ਮਾਲਵੇ ਦਾ ਬੈਠਾ, ਉੱਥੇ ਹਰਿਆਣੇ ਦਾ ਬੈਠਾ, ਪੰਜਾਬ ਆ ਕੇ ਫਿਰ ਅਸੀਂ ਧੜਿਆਂ 'ਚ ਵੰਡੇ ਗਏ, ਉਹ ਫਲਾਣਾ ਜੀ, ਉਹ ਫਲਾਣਾ ਵਾ। ਇੱਕ ਬੇਨਤੀ ਮੇਰੀ ਹੱਥ ਜੋੜ ਕੇ ਆ, ਆਪਣੇ ਪਿੰਡਾਂ ਨੂੰ ਸਵਾਰ ਲਓ ਇਹਨਾਂ ਧੜਿਆਂ ਤੋਂ ਉੱਪਰ ਉੱਠ ਕੇ। ਨੁਕਸਾਨ ਲੀਡਰਾਂ ਦਾ ਨਹੀਂ ਹੋਣਾ, ਨੁਕਸਾਨ ਸਾਡਾ ਆਪਣਾ ਹੋਣਾ। ਕਿਹਦਾ ਹੋਣਾ ਜੀ? ਬੋਲ ਕੇ ਦੱਸਿਓ। ਨੁਕਸਾਨ ਕਿਹਦਾ ਹੋਣਾ ਜੀ? ਆਪਣਾ। ਲੀਡਰਾਂ ਦਾ ਕੀ ਨੁਕਸਾਨ ਹੋਣਾ? ਉਹ ਤਾਂ ਸੇਫ ਜ਼ੋਨ 'ਚ ਬੈਠੇ ਆ, ਅਸੀਂ ਖਤਰੇ ਦੇ ਵਿੱਚ ਹਾਂ। ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਇਲਾਕੇ ਨੂੰ ਸਾਂਭੀਏ, ਆਪਣੇ ਇਲਾਕੇ ਨੂੰ ਸਵਾਰੀਏ। ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਦਾ ਧੰਨਵਾਦ ਕਰੀਏ ਵੀ ਸ਼ੁਕਰ ਹੈ ਭਾਈ। ਮੈਂ ਆਪਣੇ ਕਈ ਸਾਡੇ ਭਰਾ ਵਿਦੇਸ਼ਾਂ 'ਚ ਬੈਠੇ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਉਹ ਆਪਣੇ ਪਿੰਡਾਂ ਦਾ ਭਲਾ ਕਰਨ ਲਈ ਸਪੈਸ਼ਲ ਪਿੰਡਾਂ ਵਿੱਚ ਆਉਂਦੇ ਆ, ਅਤੇ ਪਿੰਡਾਂ ਵਾਲੇ ਤੁਰਨ ਦੀ ਬਜਾਏ ਸਗੋਂ ਉਹਨਾਂ ਦੀਆਂ ਲੱਤਾਂ ਖਿੱਚਦੇ। ਉਹ ਕਹਿੰਦੇ ਛੱਡੋ ਭਰਾ ਜੀ, ਅਸੀਂ ਇਹ ਤੋਂ ਕੀ ਲੈਣਾ। ਉਹ ਫਿਰ ਆਪਣੇ ਦੇਸ਼ ਨੂੰ ਵਾਪਸ ਪਰਤ ਜਾਂਦੇ ਆ। ਮੈਂ ਆ ਕਈ ਮਾਝੇ ਮਾਲਵੇ ਦੁਆਬੇ ਦੇ ਕਈ ਵੀਰਾਂ ਨੂੰ ਜਾਣਦਾ ਜਿਹੜੇ ਵਿਦੇਸ਼ਾਂ ਤੋਂ ਆਣ ਕੇ ਸਪੈਸ਼ਲ, ਉਹਨਾਂ ਦੀ ਕੋਈ ਜ਼ਮੀਨ ਨਹੀਂ ਇੱਥੇ ਹੈਗੀ, ਕੋਈ ਉਹਨਾਂ ਦਾ ਇੱਥੇ ਰਿਸ਼ਤੇਦਾਰ ਨਹੀਂ ਹੈਗਾ, ਫਿਰ ਵੀ ਸੋਚਦੇ ਆ ਚਲੋ ਪਿੰਡ ਦਾ ਭਲਾ ਕਰ ਦਈਏ, ਚਲੋ ਪਿੰਡ ਦਾ ਕੁਛ ਸਵਾਰ ਦਈਏ। ਕਈ ਧੰਨਵਾਦ ਕਰਦੇ ਵੀ ਸ਼ੁਕਰ ਹੈ ਭਾਈ ਕਿ ਤੂੰ ਵਿਦੇਸ਼ ਰਹਿ ਕੇ ਵੀ ਸਾਡੇ ਪਿੰਡ ਬਾਰੇ ਸੋਚਦਾ। ਅਤੇ ਕਈ ਬੰਦੇ ਉਲਟੀ ਸੋਚ ਦੇ ਮਾਲਕ ਆ। ਯਾਦ ਰੱਖਣਾ ਪਿਆਰਿਓ, ਜੇ ਕੋਈ ਸਾਡੇ ਲਈ ਚੰਗਾ ਕਰਦਾ ਤਾਂ ਸਾਨੂੰ ਉਹਦਾ ਧੰਨਵਾਦ, ਬੋਲੋ ਜੀ, ਕਰਨਾ ਚਾਹੀਦਾ। ਆਪਣੇ ਪੁੱਤਰ ਧੀ ਆ। ਮੈਨੂੰ ਲੱਗਦਾ ਵੀ ਅੱਜ ਕੱਲ੍ਹ ਤਾਂ ਕਹਿਣ ਦੀ ਲੋੜ ਹੀ ਨਹੀਂ ਵੀ ਵਿਦੇਸ਼ਾਂ 'ਚੋਂ ਅੱਜ ਤਾਂ ਹਰ ਇੱਕ ਪਰਿਵਾਰ ਦਾ ਇੱਕ ਅੱਧਾ ਜੀ ਵਿਦੇਸ਼ 'ਚ ਬੈਠਾ ਹੋਊਗਾ। ਆ ਕਿਸਾਨੀ ਅੰਦੋਲਨ 'ਚ ਵੀ ਜੇ ਐਡੀ ਵੱਡੀ ਜਿੱਤ ਪ੍ਰਾਪਤ ਹੋਈ ਹੈ ਅਤੇ ਸਾਡੇ ਵਿਦੇਸ਼ ਬੈਠੇ ਵੀਰਾਂ ਦਾ ਬੜਾ ਵੱਡਾ ਯੋਗਦਾਨ ਆ। ਜਿਹੜੇ ਬਰਫ਼ ਵਿੱਚ ਉੱਥੇ ਸਨੋਅ ਦੇ ਵਿੱਚ ਟਰੱਕ ਚਲਾਉਂਦੇ ਆ, ਉੱਥੇ ਦਿਨ ਰਾਤ ਸਟੋਰਾਂ 'ਤੇ ਕੰਮ ਕਰਦੇ ਆ, ਉਹਨਾਂ ਨੇ ਆਪਣੀ ਹੱਡ ਭੰਨਵੀਂ ਮਿਹਨਤ ਵਿੱਚੋਂ ਉੱਥੋਂ ਡਾਲਰ ਪਾਉਂਡ ਇਕੱਠੇ ਕਰਕੇ ਭੇਜੇ ਕਿ ਸਾਡੇ ਕਿਸਾਨ ਉੱਥੇ ਬੈਠੇ ਆ, ਉਹਨਾਂ ਨੂੰ ਉੱਥੇ ਕਿਸੇ ਗੱਲ ਦੀ ਮੁਸ਼ਕਿਲ ਤੇ ਨਹੀਂ ਆਉਣ ਦਿੱਤੀ। ਸੱਚ ਹੈ, ਇਕੱਲਾ ਰੋਟੀ ਪਾਣੀ ਨਹੀਂ, ਇਹ ਦੁਨੀਆ ਦਾ ਪਹਿਲਾ ਅੰਦੋਲਨ ਹੋਏਗਾ ਜਿੱਥੇ ਬੈਠ ਕੇ ਸਾਡਿਆਂ ਵੀਰਾਂ ਨੇ ਲੰਗਰ ਲਾ ਛੱਡੇ, ਰੋਟੀਆਂ ਦੂਜਿਆਂ ਨੂੰ ਖਵਾਈਆਂ, ਪ੍ਰਸ਼ਾਦੇ ਛਕਾਏ ਆ, ਉੱਥੋਂ ਦੇ ਲੋਕਲ ਲੋਕਾਂ ਦੀ ਰੱਜ ਕੇ ਸੇਵਾ ਕੀਤੀ ਆ। ਅਤੇ ਹੁਣ ਕਿਤੇ ਦਿੱਲੀ ਜਾ ਕੇ ਵੇਖਣਾ, ਅੱਜ ਵੀ ਉਹ ਬੰਦੇ ਉਸ ਅੰਦੋਲਨ ਦੀ ਚਰਚਾ ਕਰਦੇ ਆ। ਥੋੜ੍ਹੇ ਦਿਨ ਪਹਿਲਾਂ ਦੀ ਮੈਂ ਘਟਨਾ ਸੁਣਾਉਣ ਲੱਗਾ। ਕੁਝ ਸਾਡੇ ਜਾਣਕਾਰ ਜਿਹੜੇ ਦੱਸ ਰਹੇ ਸੀ ਕਿ ਅਸੀਂ ਇੱਕ ਦਿਨ ਟ੍ਰੇਨ 'ਚ ਬੈਠੇ ਅਤੇ ਇੱਕ ਮੁਸਲਮਾਨ ਪਰਿਵਾਰ ਦੀ ਔਰਤ ਆਪਣੀ ਬੇਟੀ ਨੂੰ ਟ੍ਰੇਨ ਚੜ੍ਹਾਉਣ ਆਈ। ਧਿਆਨ ਨਾਲ ਸੁਣਿਓ ਹੁਣ ਗੱਲ, ਅੰਦੋਲਨ ਦਾ ਮੈਂ ਅਸਰ ਦੱਸਣ ਲੱਗਾ, ਅੰਦੋਲਨ ਦਾ ਅਸਰ ਕੀ ਪਿਆ। ਮੁਸਲਮਾਨ ਪਰਿਵਾਰ ਦੀ ਇੱਕ ਔਰਤ ਆਪਣੀ ਬੇਟੀ ਨੂੰ ਟ੍ਰੇਨ 'ਚ ਚੜ੍ਹਾਉਣ ਆਈ। ਉਹਨੇ ਕਿਤੇ ਸਟੱਡੀ ਵਾਸਤੇ ਦਿੱਲੀ ਆਉਣਾ ਸੀ, ਅਤੇ ਉਹਦੇ ਵਿੱਚ ਆਪਣੀਆਂ ਪੰਜਾਬੀ ਬੀਬੀਆਂ ਅਤੇ ਪੰਜਾਬੀ ਸਰਦਾਰ ਸਾਡੇ ਉਸੇ ਡੱਬੇ ਵਿੱਚ ਸੀ। ਜਦੋਂ ਉਹ ਟ੍ਰੇਨ 'ਚ ਚੜ੍ਹਾਉਣ ਆਈ ਅਤੇ ਉਹਨੇ ਜਦੋਂ ਬੀਬੀਆਂ ਵੇਖੀਆਂ ਆਪਣੀਆਂ ਪੰਜਾਬੀ ਅਤੇ ਸਰਦਾਰ ਵੇਖੇ ਪੱਗਾਂ ਵਾਲੇ, ਪਤਾ ਕੀ ਆਂਦੀ ਆਪਣੀ ਧੀ ਨੂੰ? ਕਹਿੰਦੀ ਤੈਨੂੰ ਹੁਣ ਇਸ ਡੱਬੇ 'ਚ ਕੋਈ ਡਰ ਨਹੀਂ, ਕਿਉਂਕਿ ਇਸ ਡੱਬੇ 'ਚ ਸਾਰੇ ਸਰਦਾਰ ਪੰਜਾਬੀ ਬੈਠੇ ਆ। ਅਤੇ ਨਾਲ ਆਪਣੀ ਧੀ ਨੂੰ ਉੱਥੇ ਬਹਿ ਕੇ ਉਹਨੇ ਗੱਲ ਕਹੀ, ਇਹ ਉਹ ਸਰਦਾਰ ਆ ਪੁੱਤ ਜਿਹੜੇ 1 ਸਾਲ 13 ਦਿਨ ਦਿੱਲੀ ਦੇ ਬਾਰਡਰਾਂ 'ਤੇ ਆਪਣੇ ਹੱਕਾਂ ਲਈ ਬੈਠੇ ਰਹੇ ਆ।
ਤੇ ਜਿਨ੍ਹਾਂ ਨੇ ਉੱਥੇ ਲੰਗਰ ਲਾ ਛੱਡੇ, ਇਹ ਉਹ ਕਿਰਦਾਰ ਦੇ ਮਾਲਕ ਵਾ। ਇਹਨੂੰ ਕਹਿੰਦੇ ਅਸਲੀ ਵਡਿਆਈ, ਜਿਹੜੀ ਤੁਹਾਡਾ ਦੂਜਾ ਵੀ ਕਰੇ ਆਣ ਕੇ ਵੀ ਇਹ ਇਹਨਾਂ ਦੇ ਗੁਣ ਵਾ। ਨਹੀਂ ਤੇ ਆਪਣੇ ਘੜਾ ਜਿੱਥੋਂ ਚੋਂਦਾ ਹੋਵੇ ਜਾਂ ਘੜਾ ਟੁੱਟਾ ਹੋਵੇ, ਆਪਣੇ ਘੜੇ ਦੀ ਤਾਂ ਸਾਰੇ ਵਡਿਆਈ ਕਰ ਜਾਂਦੇ। ਆਪਣੇ ਬੱਚੇ 'ਚ ਕੋਈ ਔਗਣ ਵੀ ਹੋਵੇ ਨਾ, ਮਾਂ ਆਪਣੇ ਬੱਚੇ ਨੂੰ ਔਗਣ ਨੂੰ ਗੁਣ ਬਣਾ ਕੇ ਪੇਸ਼ ਕਰਦੀ, ਪਰ ਅਸਲੀ ਸ਼ੋਭਾ ਪਤਾ ਕਿਹੜੀ ਹੁੰਦੀ ਆ? ਤੁਸੀਂ ਕਹੋ ਤੁਹਾਡੇ ਪੁੱਤ 'ਚ ਗੁਣ ਕੋਈ ਨਹੀਂ, ਤੇ ਲੋਕੀ ਕਹਿਣ ਤੁਹਾਡੇ ਪੁੱਤ ਵਰਗਾ ਤੇ ਕੋਈ ਹੈ ਹੀ ਨਹੀਂ। ਇਹ ਅਸਲੀ ਵਡਿਆਈ ਆ। ਤੇ ਸੱਚ ਹੈ, ਇਸ ਅੰਦੋਲਨ ਨੇ ਇਹ ਕਿਰਦਾਰ ਸਿਰਜ ਕੇ ਵਿਖਾ ਦਿੱਤਾ ਕਿ ਇੱਦਾਂ ਦੇ ਲੋਕ ਵੀ ਹੁੰਦੇ ਨੇ। ਤੂੰ ਯਾਦ ਰੱਖਣਾ, ਫਿਰ ਉੱਥੇ ਗੱਲ ਆਉਂਦੀ ਆ, ਕਿਰਦਾਰ ਬਣਦੇ ਬਹੁਤ ਔਖੇ ਆ, ਗਵਾਉਣ ਨੂੰ ਕਿੰਨਾ ਕੁ ਟਾਈਮ ਲੱਗਦਾ। ਕਿਤੇ ਘਰ ਬਣਾਉਣੇ ਔਖੇ ਆ, ਤੇ ਡੇਗਣ ਨੂੰ ਹੁਣ ਘਰ ਬਣਾਉਣਾ ਹੋਵੇ ਤੇ ਕਿੰਨਾ ਟਾਈਮ ਲੱਗਦਾ ਜੀ। ਰੇਤਾ ਲਿਆਓ, ਬਜਰੀ ਲਿਆਓ, ਸੀਮਟ ਲਿਆਓ, ਪਹਿਲਾਂ ਉਹਨੂੰ ਲੈਂਟਰ ਪਾਓ, ਕਿੰਨੇ ਦਿਨਾਂ ਬਾਅਦ ਲੈਂਟਰ ਖੁੱਲੂਗਾ, ਫਿਰ ਪਲਸਤਰ ਕਰੋ। ਅੱਛਾ, ਜਿੰਨਾ ਟਾਈਮ ਉਹਨੂੰ ਘਰ ਬਣਾਉਣ ਨੂੰ ਲੱਗਦਾ, ਡੇਗਣ ਨੂੰ ਵੀ ਉਨਾ ਹੀ ਟਾਈਮ ਲੱਗੂ। ਡੇਗਣ ਨੂੰ ਤਾਂ ਤੁਸੀਂ ਨੀਹਾਂ ਕੱਢ ਦਿਓ ਤੇ ਭਾਵੇਂ 2 ਦਿਨਾਂ 'ਚ ਹੀ ਤੁਸੀਂ ਘਰ ਸੁੱਟ ਦਿਓ ਥੱਲੇ। ਬਸ ਗੱਲ ਇੰਨੀ ਕੀ ਆ, ਰਿਸ਼ਤੇਦਾਰੀਆਂ ਬਣਾਉਣ ਲਈ, ਇੱਜ਼ਤ ਬਣਾਉਣ ਲਈ ਬੜਾ ਟਾਈਮ ਲੱਗਦਾ। ਆ ਸਰੀਰ ਹੀ ਆ, ਮਾਂ ਬੱਚੇ ਨੂੰ ਜਦੋਂ ਪਾਲਦੀ ਆ, ਗਿੱਲਿਆਂ ਥਾਵਾਂ 'ਤੇ ਪੈ ਕੇ, ਆਪ ਭੁੱਖ ਜਰ ਕੇ, ਕਈ ਵਾਰੀ ਮਾਵਾਂ ਦਾ ਖਾਣ ਨੂੰ ਬਹੁਤ ਜੀਅ ਕਰਦਾ, ਪਰ ਕਹਿੰਦੀ ਜੇ ਮੈਂ ਖਾਧਾ ਮੇਰੇ ਬੱਚੇ 'ਤੇ ਅਸਰ ਪਊ। ਮੇਰੀਆਂ ਮਾਵਾਂ ਜਾਣਦੀਆਂ, ਆਪਾਂ ਸਾਰੇ ਗ੍ਰਸਤੀ ਪਰਿਵਾਰਾਂ ਵਾਲੇ ਆ, ਕਈ ਵਾਰੀ ਕਿਸੇ ਮਾਂ ਦਾ ਕੋਈ ਚੀਜ਼ ਦਿਲ ਕਰਦਾ ਖਾਣ ਨੂੰ, ਕਹਿੰਦੀ ਜੇ ਮੈਂ ਖਾਵਾਂਗੀ ਤਾਂ ਮੇਰੇ ਬੱਚੇ ਦੀ ਸਿਹਤ 'ਤੇ, ਇਹਦਾ ਮਤਲਬ ਤਿਆਗ ਕਰਦੀ ਆ ਨਾ ਬੱਚਾ ਪਾਲਣ ਲਈ। ਕਿੰਨਾ ਕੰਪਰੋਮਾਈਜ਼ ਕਰਦੀ, ਕਿੰਨਾ ਸਮਝੌਤਾ ਕਰਦੀ ਇੱਕ ਬੱਚੇ ਨੂੰ ਪਾਲਣ ਲਈ, ਫਿਰ ਬੱਚਾ ਦੁਨੀਆ 'ਤੇ ਆਉਂਦਾ ਹੈ। ਪੋਹ ਮਾਹ ਦੀਆਂ ਰਾਤਾਂ, ਜੇ ਬੱਚਾ ਰਾਤ ਕਿਤੇ ਪਿਸ਼ਾਬ ਕਰ ਦੇਵੇ ਬੈੱਡ ਸ਼ੀਟ 'ਤੇ, ਮਾਂ ਆਪ ਗਿੱਲੇ ਥਾਂ 'ਤੇ ਪੈ ਕੇ ਪੁੱਤ ਨੂੰ ਸੁੱਕੇ ਥਾਂ 'ਤੇ ਪਾਉਂਦੀ ਹੈ। ਮਾਂ ਦੇ ਬੱਚੇ ਦੇ ਦਰਦ ਹੁੰਦੀ ਹੈ, ਮਾਂ ਜਵੈਣ ਚਿੱਤ ਕੇ ਬੱਚੇ ਦੇ ਮੂੰਹ 'ਚ ਪਾਉਂਦੀ ਆ ਵੀ ਇਹ ਠੀਕ ਰਵੇ, ਇਹਨੂੰ ਕੁਝ ਹੋਵੇ ਨਾ। ਹੁਣ ਤਾਂ ਦਵਾਈਆਂ ਆ ਗਈਆਂ, ਪੁਰਾਣੀਆਂ ਮਾਵਾਂ ਇੰਝ ਹੀ ਕਰਦੀਆਂ ਸੀ। ਜਿਹੜੀ ਮਾਂ ਆਪਣੇ ਮੂੰਹ ਨਾਲ ਜਵੈਣ ਚਿੱਤ ਕੇ ਬੱਚੇ ਦੇ ਮੂੰਹ 'ਚ ਪਾਉਂਦੀ ਆ, ਬੱਚਾ ਉਹੀ ਵੱਡਾ ਹੋ ਕੇ ਕਹਿੰਦਾ ਮੇਰੀ ਮਾਂ ਦਾ ਥੁੱਕ ਨਹੀਂ ਚੰਗਾ ਲੱਗਦਾ ਮੈਨੂੰ, ਤੂੰ ਪਰਾਂ ਹੋ ਮੇਰੀ ਮਾਂ ਨੂੰ। ਕਿੱਦਾਂ ਭੁੱਲ ਗਿਆ, ਅਹਿਸਾਨ ਫਰਾਮੋਸ਼ ਹੋ ਗਿਆ ਕਿ ਉਹ ਮਾਂ ਬਾਪ ਆ, ਉਹ ਬਜ਼ੁਰਗ ਆ। ਇੱਕ ਬੇਨਤੀ ਆ, ਘਰਾਂ ਨੂੰ ਸਵਰਗ ਬਣਾਉਣਾ ਤੇ ਆਪਣੇ ਘਰਾਂ 'ਚ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿੱਖ ਲਓ। ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦਾ ਹੁੰਦਾ, ਆਪਣੀਆਂ ਸੱਸਾਂ ਦੀ ਰਿਸਪੈਕਟ ਕਰੋ, ਸਹੁਰੇ ਨੂੰ ਆਪਣਾ ਪਿਤਾ ਜਾਣੋ, ਤੇ ਸਹੁਰੇ ਤੇ ਸੱਸ ਦਾ ਫਰਜ਼ ਬਣਦਾ ਜਿਹੜੀਆਂ ਵਿਆਹੀਆਂ ਆਈਆਂ ਇਹਨਾਂ ਨੂੰ ਆਪਣੀਆਂ ਧੀਆਂ ਜਾਣੋ। ਨਾ ਡੇਰਿਆਂ 'ਤੇ ਭੱਜੋ ਫਿਰੋ ਵੀ ਉੱਥੋਂ ਧਾਗਾ ਲੈ ਆਓ, ਉੱਥੋਂ ਲਾਚੀ ਲੈ ਆਓ, ਉੱਥੋਂ ਲੌਂਗ ਲੈ ਆਓ। ਕਿਸੇ ਧਾਗੇ ਤਵੀਤ ਵਿੱਚ ਇੰਨੀ ਤਾਕਤ ਨਹੀਂ, ਤੇ ਨਾ ਕੋਈ ਕਿਸੇ ਦਾ ਕੁਝ ਸਵਾਰ ਸਕਦਾ। ਸਾਨੂੰ ਆਪਣੇ ਘਰ ਖੁਦ ਆਪ ਸਵਾਰਨੇ ਪੈਣੇ ਨੇ, ਸਾਨੂੰ ਆਪਣੇ ਘਰ ਖੁਦ ਬੈਕੁੰਠ ਬਣਾਉਣੇ ਪੈਣੇ ਨੇ। ਆਪਣੇ ਘਰਾਂ ਨੂੰ ਖੁਦ ਆਪ ਚੰਗਾ ਬਣਾਉਣ ਵਾਸਤੇ ਸਾਨੂੰ ਚੰਗੇ ਕੰਮ ਕਰਨੇ ਪੈਣੇ ਆ। ਇਹ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਆ। ਭੂਲੇ ਮਾਰਗ ਜਿਹਨੇ ਬਤਾਇਆ। ਹੁਣ ਤੁਸੀਂ ਮੰਨ ਲਓ ਸਾਧ ਸੰਗਤ ਜੀ, ਤੁਸੀਂ ਕਿ ਪਿੰਡ ਨੂੰ ਤੁਰੇ ਜਾਂਦੇ ਹੋ ਤੇ ਰਾਹ ਗਲਤ ਪੈ ਜਾਓ, ਠੀਕ ਹੈ, ਤੁਹਾਨੂੰ ਕੋਈ ਬੰਦਾ, ਤੁਸੀਂ ਰਾਹ ਪੁੱਛੋ, ਪਹਿਲੀ ਗੱਲ ਤੇ ਤੁਹਾਨੂੰ ਰਾਹ ਦੱਸੂ ਤਾਂ ਜੇ ਤੁਸੀਂ ਰਾਹ ਪੁੱਛੋਗੇ। ਤੇ ਮੰਨ ਲਓ ਹੁਣ ਮੈਂ ਕਿਸੇ ਪਿੰਡ ਜਾਣ ਡਿਆ, ਮੰਨ ਲਓ ਤੁਹਾਡੇ ਨਗਰ ਹੀ ਆਏ ਅਸੀਂ ਲੁਧਿਆਣੇ ਤੋਂ, ਦਿੱਲੀੋਂ ਚੱਲ ਕੇ, ਮੰਨ ਲਓ ਵੀ ਰਾਹ ਦੇ ਵਿੱਚ ਸਾਨੂੰ ਆਉਂਦਿਆਂ ਅਸੀਂ ਗੱਡੀ ਲਈ ਜਾਂਦੇ, ਅਗਲਾ ਕਹਿੰਦਾ ਜਿਹੜਾ ਗੱਡੀ ਲੈ ਕੇ ਜਾ ਰਿਹਾ ਇਹਨੂੰ ਪਤਾ ਹੀ ਹੋਣਾ। ਜੇ ਮੈਨੂੰ ਡਾਊਟ ਹੋਊਗਾ ਵੀ ਮੈਂ ਰਾਹ ਗਲਤ ਪੈ ਗਿਆ, ਫਿਰ ਮੈਂ ਪੁੱਛੂੰਗਾ, ਤੇ ਜਿਹੜਾ ਮੈਨੂੰ ਰਾਹ ਦੱਸੂਗਾ ਮੈਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਬੋਲੋ ਜੀ, ਕਰਨਾ ਚਾਹੀਦਾ ਨਾ। ਇੱਥੇ ਸ਼ਬਦ ਵਰਤਿਆ ਵੀ ਭੂਲੇ ਮਾਰਗ ਜਿਹਨੇ ਬਤਾਇਆ। ਸਾਨੂੰ ਭੁੱਲਿਆਂ ਜਾਂਦਿਆਂ ਨੂੰ, ਭਟਕਦਿਆਂ ਨੂੰ ਸਿੱਧੇ ਰਸਤੇ ਪਾਤਾ ਕਿਹਨੇ? ਮੇਰੇ ਗੁਰੂ ਨੇ। ਰਾਹ ਕਿਹੜਾ ਭਟਕਿਆ ਸੀ ਭਲਾ? ਰਾਹ ਸੀ ਮੇਰਾ ਸੱਤ ਵਾਲਾ, ਰਾਹ ਸੀ ਮੇਰਾ ਸੰਤੋਖ ਵਾਲਾ, ਰਾਹ ਸੀ ਮੇਰਾ ਸਬਰ ਵਾਲਾ, ਰਾਹ ਸੀ ਮੇਰਾ ਦਇਆ ਧਰਮ ਵਾਲਾ। ਤੇ ਮੈਂ ਕਿਹੜੇ ਰਾਹ ਪੈ ਗਿਆ? ਮੈਂ ਰਾਹ ਪੈ ਗਿਆ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਰਸਤੇ ਪੈ ਗਿਆ। ਮੇਰੇ ਗੁਰੂ ਨੇ ਆਖਿਆ ਤੂੰ ਰਸਤੇ ਗਲਤ ਪੈ ਗਿਆ ਹੀ। ਗਲਤ ਰਸਤੇ ਪੈਣ ਕਰਕੇ ਤੇਰੇ ਘਰਾਂ ਵਿੱਚ, ਤੇਰੇ ਅੰਦਰ ਹੁਣ ਸੁੱਖ ਨਹੀਂ ਰਿਹਾ, ਤੇਰੇ ਅੰਦਰ ਦੁੱਖ ਆ ਗਏ ਆ, ਤੂੰ ਰਾਹ ਗਲਤ ਪੈ ਗਿਆ। ਮੇਰੇ ਗੁਰੂ ਨੇ ਮੈਨੂੰ ਸਹੀ ਰਸਤਾ ਵਿਖਾਤਾ। ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਇਹੋ ਜਿਹਾ ਗੁਰੂ ਵੱਡਿਆਂ ਭਾਗਾਂ ਨਾਲ ਮੈਨੂੰ ਪ੍ਰਾਪਤ ਹੋ ਗਿਆ, ਜਿਹਨੇ ਮੈਨੂੰ ਗਲਤ ਰਸਤੇ ਜਾਂਦੇ ਨੂੰ ਸਿੱਧੇ ਰਸਤੇ ਪਾਤਾ।
ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਸਿਮਰ ਮਨਾ, ਹੇ ਮਨਾ ਸਿਮਰ, ਚੇਤੇ ਕਰ, ਰਾਮ ਨਾਮ ਚਿਤਾਰੇ, ਰਾਮ ਨਾਮ ਚਿਤਾਰੇ, ਚਿੱਤ ਲਾ ਕੇ ਸਿਮਰ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ, ਜਿਹੜਾ ਵੀ ਕੰਮ ਕਰਨਾ ਚਿੱਤ ਲਾ ਕੇ ਕਰੋ। ਚਿੱਤ ਲਾ ਕੇ ਕੀਤੇ ਹੋਏ ਕੰਮ ਦਾ ਬੈਨੀਫਿਟ ਹੁੰਦਾ। ਮੇਰੀਆਂ ਭੈਣਾਂ ਨੂੰ ਪਤਾ, ਤੁਸੀਂ ਘਰ 'ਚ ਖਾਣਾ ਬਣਾਉਣ ਲੱਗੀਆਂ ਜੇ, ਘਰ 'ਚ ਮਹਿਮਾਨ ਆਉਣੇ ਆ, ਜੇ ਮਨ ਲਾ ਕੇ ਰੋਟੀ ਬਣਾਓਗੀਆਂ ਨਾ, ਖਾਣਾ ਸਵਾਦ ਬਣੂ। ਜੇ ਤੁਸੀਂ ਮਨ ਲਾ ਕੇ ਖਾਣਾ ਨਹੀਂ ਬਣਾਓਗੇ, ਨਾ ਤੁਹਾਨੂੰ ਸਵਾਦ ਆਉਣਾ ਅਤੇ ਨਾ ਖਾਣ ਵਾਲੇ ਨੂੰ ਸਵਾਦ ਆਉਣਾ। ਜਿਹੜਾ ਵੀ ਕੰਮ ਕਰਨਾ ਮਨ ਲਾ ਕੇ ਕਰੋ। ਅੱਜ ਬਾਕੀ ਸਾਰੇ ਕੰਮ ਮਨ ਲਾ ਕੇ ਕੀਤੇ ਆ, ਗੁਰਬਾਣੀ ਗੁਰੂ ਦਾ ਉਪਦੇਸ਼ ਮਨ ਲਾ ਕੇ ਨਹੀਂ ਪੜ੍ਹਿਆ। ਕਾਰੋਬਾਰ ਤੁਸੀਂ ਆਪਣੇ ਪੁੱਤ ਧੀ ਨੂੰ ਖੋਲ੍ਹਤਾ ਸਾਧ ਸੰਗਤ ਜੀ, ਪਰ ਜੇ ਉਹ ਤੁਹਾਡਾ ਪੁੱਤ ਧੀ ਆਪਣੇ ਕਾਰੋਬਾਰ 'ਚ ਕੰਮ ਨਹੀਂ ਲਾਊਗਾ ਤਾਂ ਬੈਨੀਫਿਟ ਕਿੱਥੋਂ ਹੋਏਗਾ? ਆਪਾਂ ਧੀ ਵਿਆਹਤੀ, ਸਹੁਰੇ ਘਰ ਤੋਰਤੀ, ਜੇ ਧੀ ਉੱਥੇ ਮਨ ਲਾ ਕੇ ਕੰਮ ਕਰੂ ਤਾਂ ਉਹਦਾ ਘਰ ਸਵਰਗ ਬਣ ਜੂ। ਕਈ ਧੀਆਂ ਪੇਕੇ ਘਰ ਬਾਦਸ਼ਾਹ ਵਾਲਾ ਜੀਵਨ ਹੁੰਦਾ ਉਹਨਾਂ ਦਾ, ਰਹਿਣ ਸਹਿਣ, ਅਤੇ ਕਈ ਵਾਰੀ ਸਧਾਰਨ ਪਰਿਵਾਰ 'ਚ ਵਿਆਹੀਆਂ ਜਾਂਦੀਆਂ। ਪਹਿਲਾਂ ਵੇਖਣ ਨੂੰ ਲੱਗਦਾ ਵੀ ਇਹ ਕਿਹੜੇ ਘਰ ਧੀ ਆ ਗਈ, ਪਰ ਉਹ ਧੀ ਆਪਣੇ ਗੁਣਾਂ ਨਾਲ ਉਸੇ ਘਰ ਨੂੰ ਮਹੱਲ ਬਣਾ ਲੈਂਦੀ ਸਮਾਂ ਪਾ ਕੇ, ਉਸੇ ਘਰ ਨੂੰ। ਕਿਉਂਕਿ ਕਲਾ ਸੀ ਉਹਦੇ ਕੋਲ, ਗੁਣ ਸੀ, ਸ਼ਿਸ਼ਟਾਚਾਰ ਸੀ। ਹੁਣ ਆਪਾਂ ਆਪਣੇ ਘਰਾਂ ਵੱਲ ਪੁਰਾਣੇ ਸਮੇਂ 'ਚ ਵੇਖੀਏ, ਸਾਡੀਆਂ ਮਾਵਾਂ ਬਜ਼ੁਰਗਾਂ ਨੇ ਜਿੰਨੀ ਮਿਹਨਤ ਕੀਤੀ ਆ, ਜਿੰਨੀ ਘਾਲਣਾ ਘਾਲੀ ਆ, ਕਿੱਥੋਂ ਉੱਠ ਕੇ ਕਿੱਥੇ ਬੰਦਾ ਪਹੁੰਚ ਜਾਂਦਾ। ਪਰ ਜਦੋਂ ਵਿਆਹੀਆਂ ਆਈਆਂ ਸੀ, ਉਦੋਂ ਸਾਰਾ ਸਭ ਕੁਝ ਹੈਗਾ ਸੀ। ਉਹ ਚੀਜ਼ਾਂ ਗੁਣ ਹੋਣਗੇ ਤੇ ਬੰਦਾ ਸਧਾਰਨ ਤੋਂ ਸਧਾਰਨ ਪਰਿਵਾਰ ਦਾ ਵੀ ਜ਼ਮੀਨ ਤੋਂ ਅਸਮਾਨ ਤੱਕ ਕਾਰੋਬਾਰ ਖੜਾ ਕਰ ਸਕਦਾ। ਜੇ ਗੁਣ ਪੱਲੇ ਨਹੀਂ ਹੋਣਗੇ ਤੇ ਸਿਰੇ 'ਤੇ ਪਹੁੰਚਿਆ ਹੋਇਆ ਕਾਰੋਬਾਰ ਵੀ ਜ਼ਮੀਨ 'ਤੇ ਡਿੱਗ ਪੈਂਦਾ। ਧੀਆਂ ਪੁੱਤਾਂ ਦੇ ਰਿਸ਼ਤੇ ਕਰ ਲੱਗੇ ਹਾਂ, ਅਮੀਰੀ ਨਹੀਂ, ਕਿਰਦਾਰ ਅਤੇ ਗੁਣ ਵੇਖਣ ਦੀ ਲੋੜ ਆ। ਸਾਡੇ ਲੋਕ ਜਾਇਦਾਦਾਂ ਵੇਖਦੇ ਆ ਨਾ, ਵੀ ਜ਼ਮੀਨ ਕਿੰਨੀ ਆ, ਦੁਕਾਨਾਂ ਕਿੰਨੀਆਂ ਵਾ, ਪੈਸਾ ਕਿੰਨਾ ਕਾਉਂਦਾ ਵਾ, ਨੌਕਰੀ ਵਗੈਰਾ ਵਗੈਰਾ, ਕਈ ਕੁਝ ਪੁੱਛਿਆ ਜਾਂਦਾ। ਹੋਣਾ ਇਹ ਚਾਹੀਦਾ, ਮੰਨ ਲਓ ਵੀ ਜੇ ਕਿਸੇ ਦੀ ਜ਼ਮੀਨ ਬਹੁਤ ਮੋਟੀ, ਜੇ ਨਸ਼ਾ ਕਰਦਾ ਹੋਊਗਾ ਫੇਰ ਕਰੋਗੇ। ਮੰਨ ਲਓ ਵੀ ਕਿਸੇ ਬੰਦੇ ਦੀ 20 ਕਿੱਲੇ ਜ਼ਮੀਨ ਆ, ਪਰ ਨਸ਼ਾ ਮੋਟਾ ਕਰਦਾ। ਇੱਕ ਬੰਦੇ ਦੀ ਜ਼ਮੀਨ ਭਾਵੇਂ 2-3 ਕਿੱਲੇ ਆ, ਪਰ ਨਸ਼ੇ ਦੇ ਲਾਗੇ ਨਹੀਂ ਜਾਂਦਾ। ਹੁਣ ਜਿਹੜਾ ਨਸ਼ੇ ਦੇ ਲਾਗੇ ਨਹੀਂ ਜਾਂਦਾ, ਜਿਹੜਾ ਅੱਜ 2 ਕਿੱਲਿਆਂ ਦਾ ਮਾਲਕ ਆ, ਇਹ ਉਮੀਦ ਲਾਈ ਜਾ ਸਕਦੀ ਵੀ ਇਹ 10 ਕਿੱਲੇ ਬਣਾ ਸਕਦਾ ਅਤੇ ਕਾਰੋਬਾਰ ਚਲਾ ਸਕਦਾ। ਪਰ ਜਿਹੜਾ ਨਸ਼ੇ 'ਚ ਪਿਆ, ਜੇ 20 ਕਿੱਲੇ ਆ, ਤਾਂ ਇਹ ਟੈਨਸ਼ਨ ਦਾ ਵਿਸ਼ਾ ਵੀ ਇਹ 20 ਤੋਂ 2 'ਤੇ ਵੀ ਆ ਸਕਦਾ। ਕਿੰਨਿਆਂ ਲੋਕਾਂ ਨੇ ਆਪਣੀ ਜ਼ਿੰਦਗੀ ਤਬਾਹ ਕਰ ਲਈ। ਪਰ ਸਾਡੇ ਸਮਾਜ ਦੇ ਵਿੱਚ ਸਾਡੀ ਸੋਚ ਇੱਦਾਂ ਦੀ, ਮੈਂ ਗੱਲ ਪਹਿਲਾਂ ਆਰੰਭ 'ਚ ਕਹੀ ਸੀ ਵੀ ਸੋਚ, ਪਹਿਲਾਂ ਆਪਣੀ ਸੋਚ ਚੰਗੀ ਬਣਾਈਏ, ਸੋਚ ਤੋਂ ਬਾਅਦ ਸਾਡੇ ਚੰਗੇ ਕਰਮ ਬਣਨੇ ਆ, ਅਤੇ ਕਰਮਾਂ ਤੋਂ ਬਾਅਦ ਸਾਡੀਆਂ ਆਦਤਾਂ ਬਣਨੀਆਂ ਨੇ। ਜਦੋਂ ਮੇਰੀ ਸੋਚ ਹੀ ਚੰਗੀ ਹੋਏਗੀ, ਮੈਂ ਚੰਗੇ ਕੰਮ ਕਰਾਂਗਾ, ਸੋਚ ਮਾੜੀ ਤੇ ਮਾੜੇ ਕੰਮ ਕਰਾਂਗਾ। ਹੁਣ ਅਸੀਂ ਕਹੀ ਜਾਂਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੈ, ਸੋਚਣ ਤਾਂ ਮੈਂ ਗੁਆਂਢੀਆਂ ਦਾ ਬੁਰਾ ਰਿਹਾ, ਸੋਚ ਤੇ ਮੇਰੀ ਗੁਆਂਢੀਆਂ ਦੇ ਪ੍ਰਤੀ ਬੁਰੀ ਆ, ਤੇ ਗੁਰਦੁਆਰੇ ਆਣ ਕੇ ਕੀ ਕਹਿ ਰਿਹਾ ਭਲਾ ਮੈਂ? ਬੋਲੋ ਸਾਰੇ, ਨਾਨਕ ਨਾਮ। ਇਹ ਭਲਾ ਕਰਨਾ ਕਿਹਨੇ ਭਲਾ? ਕਿਉਂ ਸਾਸੋ ਜੀ? ਅੱਛਾ, ਗੁਰੂ ਨੂੰ ਰੋਜ਼ ਆਣ ਕੇ ਕਹੀ ਜਾਂਦੇ ਮਹਾਰਾਜ ਸਰਬੱਤ ਦਾ ਭਲਾ ਕਰੀ, ਮਹਾਰਾਜ ਸਰਬੱਤ ਦਾ ਭਲਾ ਕਰੀ। ਅੱਛਾ, ਜੇ ਗੁਰੂ ਸਾਹਿਬ ਅੱਗਿਓਂ ਕਹਿਣਾ ਵੀ ਤੂੰ ਰੋਜ਼ ਆਣ ਕੇ ਮੈਨੂੰ ਕਹੀ ਜਾਂਦਾ ਸਰਬੱਤ ਦਾ ਭਲਾ ਕਰੀ, ਮੈਂ ਬੁਰਾ ਕੀਤਾ ਕਿਦਣ ਕਿਸੇ ਦਾ? ਕਿਉਂ ਸਾਸੋ ਜੀ? ਮੰਨ ਲਓ ਮੈਂ ਰੋਜ਼ ਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ, ਅਤੇ ਮੈਨੂੰ ਜੇ ਗੁਰੂ ਸਾਹਿਬ ਜੀ ਦਾ ਬਾਂਹ ਫੜ ਕੇ ਕਹਿਣਾ, ਉਹ ਸਰਬਜੀਤ ਸਿੰਘ ਮੈਂ ਅੱਜ ਤੱਕ ਬੁਰਾ ਕੀਤਾ ਕਿਹਦਾ? ਅਤੇ ਮੇਰੇ ਕੋਲ ਤਾਂ ਜਵਾਬ ਹੀ ਕੋਈ ਨਹੀਂ। ਇੱਥੇ ਤਾਂ ਮੈਨੂੰ ਇਹ ਕਹਿਣ ਦੀ ਲੋੜ ਆ, ਮਹਾਰਾਜ ਤੁਸੀਂ ਸਾਰਿਆਂ ਦਾ ਭਲਾ ਕੀਤਾ ਵਾ, ਤੁਸੀਂ ਤਾਂ ਪੁੱਤ ਵਾਰਤੇ ਸਾਡੇ ਤੋਂ, ਤੁਸੀਂ ਤਾਂ ਆਪਣੇ ਪਿਤਾ ਦਾ ਸੰਸਕਾਰ ਆਪਣੇ ਹੱਥੀਂ ਨਹੀਂ ਕਰ ਸਕੇ। ਧੜ ਦਿੱਲੀ ਅਤੇ ਸੀਸ ਪੰਜਾਬ ਆਇਆ, ਇਹ ਤੋਂ ਵੱਡਾ ਭਲਾ ਕੌਣ ਕਰ ਸਕਦਾ? ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਅਤੇ ਇਸ ਦਾ ਬੁਰਾ ਕਿਉਂ ਹੋਏ? ਸਤਿਗੁਰ ਤਾਂ ਸਭ ਦਾ ਭਲਾ ਮਨਾਉਂਦੇ। ਫਿਰ ਕੀ ਕਹਿਣਾ ਚਾਹੀਦਾ ਇੱਥੇ ਆਣ ਕੇ? ਮਹਾਰਾਜ ਤੁਸੀਂ ਸਭ ਦਾ ਭਲਾ ਕੀਤਾ, ਮੇਰੀ ਇੱਕੋ ਬੇਨਤੀ ਆ, ਅੱਜ ਤੋਂ ਮੈਨੂੰ ਵੀ ਲੋਕਾਂ ਦਾ ਭਲਾ ਕਰਨ ਦੀ ਜਾਚ ਆ ਜਾਏ। ਬੋਲੋ ਸਾਰੇ, ਅੱਜ ਤੋਂ ਬਾਅਦ ਮੈਨੂੰ ਵੀ ਲੋਕਾਂ ਦਾ। ਅੱਛਾ, ਦੁੱਧ 'ਚ ਪਾਣੀ ਪਾ ਵੇਚ ਜਾਂਦੇ ਆ, ਸਬਜ਼ੀਆਂ ਨੂੰ ਟੀਕੇ ਲਾਈ ਜਾਂਦੇ ਆ, ਅਤੇ ਗੁਰਦੁਆਰੇ ਆਣ ਕੇ ਪਤਾ ਕੀ ਕਹਿੰਦੇ ਆ? ਮਹਾਰਾਜ ਸਾਰਿਆਂ ਦਾ ਭਲਾ ਕਰੀ। ਬੋਲੋ ਸਾਰੇ, ਕੀ ਆਂਦੇ ਜੀ? ਮਹਾਰਾਜ ਸਾਰੇ ਬੋਲੋ ਭਾਈ, ਮਹਾਰਾਜ ਸਾਰਿਆਂ ਦਾ।
ਦੁੱਧ ਨਕਲੀ ਬਣਾ ਵੇਚੀ ਜਾਂਦੇ ਆ, ਦੁੱਧ 'ਚ ਪਾਣੀ ਪਾਈ ਜਾਂਦੇ ਆ, ਸਬਜ਼ੀਆਂ ਨੂੰ ਟੀਕੇ ਲਾਈ ਜਾਂਦੇ ਆ, ਚੌੜੇ ਚੌੜੇ ਪਏ ਵੱਢ ਕੇ ਨਿੱਕੀਆਂ ਨਿੱਕੀਆਂ ਪਈਆਂ ਬਣਾਤੀਆਂ, ਤੇ ਗੁਰਦੁਆਰੇ ਆਣ ਕੇ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੈ। ਉਹ ਭਲਿਓ, ਗੁਰੂ ਸਾਹਿਬ ਸਾਰਿਆਂ ਦਾ ਭਲਾ ਕਰਦੇ ਆ। ਸਾਡਾ ਫਰਜ਼ ਬਣਦਾ ਇਹ ਕਹਿਣ ਦਾ, ਮਹਾਰਾਜ ਸਾਨੂੰ ਤਾਕਤ ਬਖਸ਼ੋ ਕਿ ਮੈਂ ਵੀ ਸਾਰਿਆਂ ਦਾ ਭਲਾ ਕਰ ਸਕਾਂ। ਅਤੇ ਸਾਰਿਆਂ ਦਾ ਭਲਾ ਕਰਨ ਤੋਂ ਪਹਿਲਾਂ ਕਿਹਦਾ ਕਰਨਾ? ਆਪਣੇ ਆਪ ਦਾ। ਅਤੇ ਆਪਣੇ ਆਪ ਦਾ ਭਲਾ ਕਰਨ ਵਾਲਾ ਬੰਦਾ ਨਸ਼ਾ ਪੀਊਗਾ ਭਲਾ? ਬੋਲ ਕੇ ਦੱਸਿਓ। ਜਿਹੜਾ ਬੰਦਾ ਕਹਿੰਦਾ ਮੈਂ ਅੱਜ ਆਪਣੇ ਆਪ ਦਾ ਭਲਾ ਕਰਨਾ, ਉਹ ਨਸ਼ਾ ਪੀਵੇਗਾ? ਬੋਲੋ ਸਾਧ ਸੰਗਤ ਜੀ, ਨਹੀਂ ਕਰੇਗਾ ਨਾ, ਕਿਉਂਕਿ ਭਲਾ ਤਾਂ ਆਪਣੇ ਆਪ ਤੋਂ ਸ਼ੁਰੂ ਹੋਣਾ ਵਾ। ਜਿਹੜਾ ਬੰਦਾ ਆਪ ਨਸ਼ਾ ਪੀਂਦਾ, ਇਹਦਾ ਮਤਲਬ ਆਪਣਾ ਭਲਾ ਨਹੀਂ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਉਹ ਆਪਣਾ ਨੁਕਸਾਨ ਕਰ ਰਿਹਾ ਵਾ, ਕਿਉਂਕਿ ਨਸ਼ਾ ਪੀਵੇਗਾ, ਕਿਡਨੀ ਖਰਾਬ ਹੋਏਗਾ, ਗੁਰਦਾ ਖਰਾਬ ਹੋਏਗਾ, ਉਹਦਾ ਪਰਿਵਾਰ ਖਰਾਬ ਹੋਏਗਾ। ਜਿਹੜਾ ਪੈਸਾ ਨਸ਼ਾ ਪੀਣਾ, ਉਹ ਆਪਣੇ ਪਰਿਵਾਰ ਨੂੰ ਆਟਾ ਦਿਆ ਲਿਆ। ਅਸੀਂ ਨਾ ਜਦੋਂ ਬੱਚਿਆਂ ਦੇ ਕੈਂਪ ਲਾਉਂਦੇ ਹੁੰਦੇ ਸੀ ਨਾ, ਗਰਮੀਆਂ 'ਚ ਲੱਗਦੇ ਆ, ਉੱਥੇ ਇੱਕ ਲੋਗੋ ਬਣਾ ਕੇ ਲਾਈਦਾ, ਪਾਪਾ ਜੀ ਨਾ ਪੀਓ ਕਿਤਾਬ ਮੈਨੂੰ, ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ। ਪਿਤਾ ਜੀ ਸ਼ਰਾਬ ਨਾ ਪੀਓ, ਮੈਨੂੰ ਕਿਤਾਬ ਲੈ ਦਿਓ, ਮੈਂ ਪੜ੍ਹਨਾ ਚਾਹੁੰਦਾ, ਮੈਂ ਪੜ੍ਹਨਾ ਚਾਹੁੰਦੀ ਹਾਂ, ਮੈਨੂੰ ਕਿਤਾਬ ਲੈ ਦਿਓ, ਮੈਂ ਕਿਤਾਬ ਲੈ ਦਿਓ, ਮੈਂ ਪੜ੍ਹਾਂਗੀ। ਪਾਪਾ ਜੀ ਨਾ ਪੀਓ ਸ਼ਰਾਬ, ਸਾਰੇ ਬੋਲੋ, ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਕਿਤਾਬ। ਇਹ ਧੀਆਂ, ਇਹ ਪੁੱਤ ਆਪੋ ਆਪਣੇ ਘਰਾਂ 'ਚ ਆਪਣੇ ਮਾਂ ਬਾਪ ਨੂੰ ਕਹੋ ਵੀ ਨਸ਼ੇ ਬੰਦ ਕਰ ਦਿਓ, ਮਾੜੇ ਕੰਮ ਬੰਦ ਕਰ ਦਿਓ, ਅਤੇ ਆਪਣੇ ਆਪ ਦਾ ਭਲਾ ਕਰਨਾ ਸ਼ੁਰੂ ਕਰ ਦਿਓ। ਬਾਣੀ ਲਿਖਾ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਮਹਾਰਾਜ ਤੁਸੀਂ ਸਾਰਿਆਂ ਦਾ ਭਲਾ ਕੀਤਾ, ਪਰ ਮੈਂ ਕਦੀ ਤੁਹਾਡਾ ਭਲਾ ਜਾਣਿਆ ਹੀ ਨਹੀਂ। ਤੁਮ ਸਦਾ ਸਦਾ ਦਇਆਲਾ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਇਆਲਾ। ਇਸ ਕਰਕੇ ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੇ ਗੁਰ ਚਰਨ ਪਿਆ। ਪਿਆਰੇ ਗੁਰੂ ਦੇ ਚਰਨ ਜਿਸ ਮਨੁੱਖ ਦੇ ਹਿਰਦੇ 'ਚ ਵਸੇ ਰਹਿੰਦੇ ਆ। ਚਰਨ ਕੀ ਆ? ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ। ਆ ਆਪਾਂ ਗੁਰੂ ਦੇ ਚਰਨ ਧੋ ਕੇ ਪੀ ਰਹੇ ਹਾਂ। ਬਸ ਰਹਿ ਹਿਰਦੇ ਗੁਰ ਚਰਨ ਪਿਆਰੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਬੰਦੇ ਦਾ ਮਨ ਕਾਮ ਵਿੱਚ, ਉੱਥੇ ਕਾਮ ਦੇ ਮੰਮੇ ਨੂੰ ਸਿਹਾਰੀ ਆ, ਕਾਮ ਕ੍ਰੋਧ ਦੇ ਧੱਦੇ ਨੂੰ ਸਿਹਾਰੀ ਆ, ਕਾਮ ਕ੍ਰੋਧ ਲੋਭ ਦੇ ਭੱਬੇ ਨੂੰ ਸਿਹਾਰੀ ਆ, ਮੋਹ ਦੇ ਹਾਹੇ ਨੂੰ ਸਿਹਾਰੀ ਆ। ਉਹ ਸਿਹਾਰੀ ਦਾ ਅਰਥ ਕੀ ਆ? ਇਹ ਵਿਆਕਰਨ ਨੁਕਤੇ ਆ ਕਿ ਮੇਰਾ ਮਨ ਇਹਨਾਂ ਵਿੱਚ ਲੀਨ ਹੋਇਆ ਪਿਆ, ਇਹਨਾਂ ਵਿੱਚ ਖੁੱਭਿਆ ਪਿਆ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਮਨ ਲੀਨ ਹੋਇਆ ਪਿਆ ਵਾ। ਆਹ ਵਾ ਬੰਧਨ, ਬੰਧਨ ਕਾਟ ਮੁਕਤ ਗੁਰ ਕੀਨਾ। ਇਹ ਮੇਰੇ ਬੰਧਨ ਕੱਟ ਦਿਓ ਅਤੇ ਮੈਨੂੰ ਮੁਕਤ ਕਰ ਦਿਓ। ਬੰਧਨ ਹੀ ਆ, ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਬੰਧਨ ਨਸ਼ੇ ਵਾਲੇ ਬੰਨੇ ਲੈ ਕੇ ਜਾਂਦੇ ਆ ਨਾ। ਮੀਂਹ ਵੀ ਪੈਂਦਾ ਹੋਵੇ ਮਾੜਾ ਮਾੜਾ, ਅਤੇ ਛਤਰੀ ਵੀ ਨਾ ਹੋਵੇ, ਅਤੇ ਨਸ਼ਾ ਟੁੱਟਦਾ ਹੋਵੇ, ਬੰਦੇ ਦਾ ਇਹ ਬੰਧਨ ਦੁਕਾਨ ਤੱਕ ਲੈ ਜਾਂਦਾ ਕਿ ਨਹੀਂ ਲੈ ਜਾਂਦਾ? ਬੋਲੋ ਜੀ, ਬੋਲੋ ਸਾਧ ਸੰਗਤ ਜੀ। ਛਤਰੀ ਵੀ ਨਾ ਹੋਵੇ, ਗੱਡੀ ਵੀ ਘਰ ਨਾ ਹੋਵੇ, ਅਤੇ ਨਸ਼ੇ ਦੀ ਦੁਕਾਨ ਦੂਰ ਹੋਵੇ, ਅਤੇ ਬੰਦੇ ਦਾ ਬੰਧਨ ਖਿੱਚ ਕੇ ਖੜਦਾ, ਨਸ਼ੇ ਤੱਕ ਨਹੀਂ ਲੈ ਕੇ ਜਾਂਦਾ। ਬੋਲੋ ਗੁਰੂ ਕੇ ਪਿਆਰਿਓ, ਖੜਦਾ ਨਾ, ਬਸ ਇਹ ਬੰਧਨ ਹੈ, ਖਿੱਚ ਕੇ ਲੈ ਗਿਆ। ਇਹ ਬੰਧਨ ਕੱਟ ਦੇ, ਨਸ਼ਿਆਂ ਤੋਂ ਰਹਿਤ ਹੋ ਜਾਓ। ਬੜੇ ਬੜੇ ਕਾਰੋਬਾਰ ਫੇਲ ਕਰ ਸਕਦੇ ਹਾਂ ਆਪਾਂ ਨਸ਼ੇ ਵਾਲਿਆਂ ਦੇ, ਜੇ ਅੱਜ ਨਸ਼ੇ ਕਰਨੇ ਬੰਦ ਕਰ ਦਈਏ ਤਾਂ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਮੇਰੇ ਗੁਰੂ ਨੇ ਮੇਰੇ ਬੰਧਨ ਕੱਟ ਕੇ ਮੈਨੂੰ ਮੁਕਤ ਕਰ ਦਿੱਤਾ। ਦੁੱਖ ਸੁੱਖ ਕਰਤ, ਦੁੱਖ ਵਿੱਚ ਤੇ ਸੁੱਖ ਵਿੱਚ, ਕਦੀ ਦੁਖੀ ਹੋ ਗਿਆ ਕਦੀ ਸੁਖੀ ਹੋ। ਦੁੱਖ ਸੁੱਖ ਕਰਤ ਜਨਮ ਫੁਨ ਮੂਆ, ਕਦੀ ਜਨਮ ਲੈ ਲਿਆ ਕਦੀ ਮਰ ਗਿਆ, ਕਦੀ ਜਨਮ ਲੈ ਲਿਆ ਕਦੀ ਮਰ ਗਿਆ। ਚਰਨ ਕਮਲ ਗੁਰੇ ਆਸ਼ਰਮ ਦੀਆ, ਮੇਰੇ ਗੁਰੂ ਨੇ ਆਪਣੇ ਚਰਨ ਕਮਲਾਂ ਦਾ ਆਸ਼ਰਾ ਦਿੱਤਾ ਮੈਨੂੰ। ਅਗਨ ਸਾਗਰ ਬੂਢਤ ਸੰਸਾਰਾ, ਇਹ ਸੰਸਾਰ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਵਾ, ਡੁੱਬ ਰਿਹਾ ਵਾ, ਗਰਕ ਹੋ ਰਿਹਾ ਵਾ। ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਹੇ ਨਾਨਕ ਬਾਂਹ ਫੜੋ ਮੇਰੀ ਅਤੇ ਮੈਨੂੰ ਇਹ ਤੋਂ ਬਾਹਰ ਕੱਢੋ, ਮੇਰਾ ਭਲਾ ਕਰੋ, ਪਰਉਪਕਾਰ ਕਰੋ, ਮੈਂ ਡੁੱਬ ਰਿਹਾ ਵਾਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਬੈਠੇ ਜੇ। ਉਹਨਾਂ ਨੇ ਇਸ ਸੰਸਾਰ ਨੂੰ ਡੁੱਬਦੇ ਨੂੰ ਬਾਹਰ ਕੱਢਣ ਲਈ ਆਪਣਾ ਸਭ ਕੁਝ ਕੁਰਬਾਨ ਕੀਤਾ ਹੈ। 4 ਛਿੱਲੜ ਦੇ ਕੇ ਨਾ ਬੰਦਾ, ਅਤੇ ਚਾਹੁੰਦਾ ਮੇਰਾ ਪੱਥਰ ਲੱਗੇ ਬਾਹਰ,
ਆਉਂਦਾ ਜਾਂਦਾ ਬੰਦਾ ਰਾਹ ਵੇਖੇ ਵੀ ਮੈਂ ਇੱਥੇ ਕੋਈ ਆਹ ਕੰਮ ਕੀਤਾ। 4 ਥਾਲੀਆਂ ਬੰਦਾ ਗੁਰਦੁਆਰੇ ਚੜਾਵੇ ਨਾ, ਉਹਦੇ 'ਤੇ ਵੀ ਆਪਣਾ ਨਾਂ ਲਿਖਾਉਂਦਾ। ਪਾਲਕੀ ਬਣਾਵੇ ਗੁਰਦੁਆਰੇ ਤੇ ਉੱਤੇ ਵੀ ਆਪਣਾ, ਜੇ ਪੱਖਾ ਗੁਰਦੁਆਰੇ ਚੜਾਵੇ ਤੇ ਉੱਤੇ ਵੀ ਆਪਣਾ। ਗੁਰੂ ਸਾਹਿਬ ਨੇ ਆਪਣਾ ਸਭ ਕੁਝ ਸਾਡੇ ਤੋਂ ਕੁਰਬਾਨ ਕੀਤਾ। ਭਾਈ ਮਨੀ ਸਿੰਘ ਦੇ 84 ਤੋਂ ਵੱਧ ਜੀ ਪਰਿਵਾਰ ਤੋਂ ਵਾਰੇ ਭਾਈ ਮਨੀ ਸਿੰਘ ਨੇ, 84 ਤੋਂ ਵੱਧ, 84 ਇਹ ਤੋਂ ਵੱਧ ਜੀ ਵਾਰੇ ਸਾਡੇ ਤੋਂ। ਪਰ ਪੱਥਰ ਲੱਗਾ ਵਿਖਾ ਦਿਓ ਭਾਈ ਮਨੀ ਸਿੰਘ ਦਾ ਕਿਤੇ। ਇੱਥੇ ਬੰਦਾ 4 ਗਲਾਸ ਚੜਾਵੇ ਨਾ ਗੁਰਦੁਆਰੇ, ਉੱਤੇ ਵੀ ਪਹਿਲਾਂ ਨਾਮ ਲਿਖਾ ਕੇ ਲਿਆਉਂਦਾ ਸ਼ਹਿਰੋਂ ਵੀ ਫਲਾਣਿਆਂ ਦੇ ਇਹ ਗਲਾਸ ਵਾ। ਪੱਖਾ ਚੜਾਵੇ ਉੱਤੇ ਵੀ ਫਰਾਂ 'ਤੇ ਨਾਮ ਲਿਖਾਇਆ ਹੁੰਦਾ ਵੀ ਫੁੱਫੜ ਦੀ ਯਾਦ ਵਿੱਚ, ਮਾਸੜ ਦੀ ਯਾਦ ਵਿੱਚ, ਤਾਏ ਦੀ ਯਾਦ ਵਿੱਚ। ਹਾਂਜੀ ਉਹ ਬੋਲੋ ਪਿਆਰਿਓ। ਆਪਣੇ ਘਰਾਂ ਜਿਹੜੇ ਪੱਖੇ ਲੱਗੇ ਉਹਨਾਂ 'ਤੇ ਆਪਾਂ ਕਦੀ ਨਾਂ ਲਿਖਾਇਆ? ਕਿਉਂ ਭਲਾ? ਉਹ ਵੀ ਪਤਾ ਵੀ ਜੇ ਘਰ ਸਾਡਾ ਤੇ ਪੱਖੇ ਵੀ। ਇੱਥੇ ਪਤਾ ਕਿਉਂ ਲਿਖਾਉਂਦੇ ਆ? ਵੀ ਪਤਾ ਲੱਗੇ ਭਾਈ ਲੋਕਾਂ ਨੂੰ ਵੀ ਹਵਾ ਤੂੰ ਸਾਡੇ ਪੱਖੇ ਦੀ ਲੈਣ ਡਿਆ। ਇਹ ਸਾਡੇ ਦਾਦਾ ਹੀ ਚੜਾਈ ਕੀਤੇ ਤਾਂ ਪੱਖਾ ਤੁਹਾਡੇ ਛੱਤ ਸਿਰ 'ਤੇ ਚੱਲ ਰਿਹਾ। ਤੇ ਹੁਣ ਮੰਨ ਲਓ ਜੇ ਕਿਤੇ ਗੁਰਦੁਆਰੇ ਪੱਖੇ ਘੱਟ ਹੋਣ, ਫਿਰ ਤਾਂ ਇਹੋ ਅਰਦਾਸ ਕਰਨੀ ਪਵੇਗੀ ਨਾ ਵੀ ਮਹਾਰਾਜ ਬਜ਼ੁਰਗ ਚੜਾਈ ਕਰਦੇ ਰਹਿਣ ਤੇ ਸੰਗਤਾਂ ਪੱਖੇ ਲਾਉਂਦੀਆਂ ਰਹਿਣ। ਫਿਰ ਤਾਂ ਇਹੋ ਅਰਦਾਸ ਕਰਨੀ ਪਊਗੀ। ਉਹ ਸਾਹ ਲੈ ਲੈਂਦੇ ਬਜ਼ੁਰਗਾਂ ਨੂੰ 4 ਹੋਰ ਵਿਚਾਰਿਆਂ ਨੂੰ, ਨਹੀਂ ਤਾਂ ਪੁੱਠੀਆਂ ਅਰਦਾਸਾਂ ਹੋਣ ਲੱਗ ਪੈਣੀਆਂ ਇੱਥੇ। ਸੋਚ ਕੇ ਵੇਖਿਓ ਤੁਸੀਂ ਅਸੀਂ ਖਲੋਤੇ ਕਿੱਥੇ। ਆਓ, ਇਹਦਾ ਮਤਲਬ ਜਿਹਦੇ ਕੋਲ ਪੈਸੇ ਹੈਗੇ ਉਹਦੇ ਨਾਲ ਖਾ ਲਓ, ਜਿਹਦੇ ਕੋਲ ਵਿਚਾਰੇ ਕੋਲ ਮਾਤੜ ਕੋਲ ਪੈਸੇ ਹੈ ਨਹੀਂ। ਆਹ ਗੁਰਦੁਆਰੇ ਬਣਦੇ ਨਾ ਇਮਾਰਤਾਂ, ਜਿਹਨੇ ਲੱਖ 2 ਲੱਖ ਦੇਤਾ ਉਹਦਾ ਤੇ ਨਾਂ ਲਿਖਤਾ ਜਾਂ ਪੱਥਰ ਦੇ ਉਹਦੇ ਨਾਂ ਦਾ ਪੱਥਰ ਲਾਤਾ। ਜਿਹੜੇ ਗਰੀਬ ਨੇ ਰੋੜੀ ਕੁੱਟੀ ਉੱਥੇ ਪੱਥਰ ਕੁੱਟਿਆ, ਜਿਹਨੇ ਦੁੱਧ ਪ੍ਰਸ਼ਾਦੇ ਇਕੱਠੇ ਕੀਤੇ ਉਹਦਾ ਪੱਥਰ ਕਿੱਥੇ ਲਾਓਗੇ? ਜਿਹੜੀਆਂ ਗਰੀਬੀਆਂ ਭੈਣਾਂ ਦੇ ਨਹੁੰ ਘਸ ਕੇ ਰੋੜੀ ਕੁੱਟਦੇ ਦੀਆਂ, ਪ੍ਰਸ਼ਾਦੇ ਪਕਾਉਂਦੇ ਨੇ, ਉਹਨਾਂ ਦੇ ਅੱਜ ਤੱਕ ਕਿਸੇ ਗੁਰਦੁਆਰੇ ਦੇ ਬਾਹਰ ਕਿਸੇ ਨੇ ਪੱਥਰ ਲਾਇਆ ਵੀ ਫਲਾਣੀਆਂ ਭੈਣਾਂ ਨੇ ਇੰਨੇ ਪ੍ਰਸ਼ਾਦੇ ਪਕਾਏ ਸੀ ਗੁਰਦੁਆਰਾ ਬਣਾਉਣ ਲੱਗਿਆ? ਕਿਸੇ ਨੇ 4 ਛਿੱਲੜ ਦੇ ਦਿੱਤੇ ਤੇ ਤੁਸੀਂ ਉਹਦੇ ਬੜੇ ਬੜੇ ਪੱਥਰ ਲਾ ਛੱਡੇ। ਬਈ ਮੰਨ ਲਓ ਇੱਕ ਮਾਤੜ ਬੰਦਾ ਪੈਸੇ ਦੇਣ ਜੋਗਾ ਨਹੀਂ, ਉਹ ਕਹਿੰਦਾ ਮੇਰੇ ਬਾਪੂ ਨੇ ਦੁੱਧ ਇਕੱਠਾ ਕੀਤਾ ਪਿੰਡ 'ਚੋਂ, ਪ੍ਰਸ਼ਾਦੇ ਇਕੱਠੇ ਕੀਤੇ, ਮੇਰੇ ਬਾਪੂ ਨੇ ਰੋੜੀ ਕੁੱਟੀ, ਪੱਥਰ ਕੁੱਟਿਆ। ਜਦੋਂ ਗੁਰਦੁਆਰਾ ਬਣਦਾ ਸੀ ਰੋਜ਼ ਆਣ ਕੇ ਸਵੇਰੇ ਸ਼ਾਮ ਪਾਣੀ ਲਾਉਂਦਾ ਸੀ, ਉਹਦਾ ਪੱਥਰ ਕਿੱਥੇ? ਉਦੋਂ ਤਾਂ ਅਸੀਂ ਕਈ ਵਾਰੀ ਗੁਰਦੁਆਰੇ ਨਾਮ ਨਹੀਂ ਲੈਂਦੇ। ਕਿਉਂ? ਕਿਉਂਕਿ ਮਾਤੜ ਹੈ ਤਾਂ ਕਰਕੇ। ਆਓ ਇਹ ਵਿਤਕਰੇ ਬਾਹਰ ਕਰੋ। ਗੁਰੂ ਸਾਹਿਬ ਨੇ ਸਭ ਨੂੰ ਬਰਾਬਰ ਰੱਖਿਆ, ਪਿਆਰ ਕੀਤਾ ਸਾਰਿਆਂ ਨੂੰ। ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ। ਵੱਡਾ ਛੋਟਾ ਬੰਦਾ ਆਪਣੇ ਕੰਮਾਂ ਨਾਲ ਹੁੰਦਾ, ਆਦਤਾਂ ਨਾਲ ਹੁੰਦਾ। ਗੁਰੂ ਸਾਹਿਬ ਨੇ ਪਿਆਰ ਦਿੱਤਾ। ਗਰੀਬ ਦੀ ਰਿਸਪੈਕਟ ਕਰਨੀ ਸਿੱਖੋ। ਰਿਕਸ਼ੇ ਵਾਲਾ ਜਾ ਰਿਹਾ ਨਾ, ਸਵਾਰੀਆਂ ਖਿੱਚ ਰਿਹਾ, ਮੈਂ ਹਰ ਸਟੇਜ 'ਤੇ ਗੱਲ ਬੋਲਦਾ। ਤੂੰ ਗੱਡੀ 'ਤੇ ਜਾ ਰਿਹਾ, ਕਈ ਵਾਰੀ ਆਪਾਂ ਵੇਖਿਆ ਸਾਡੀ ਆਦਤ ਹੁੰਦੀ ਨਾ, ਆਪਾਂ ਕਾਰ 'ਤੇ ਜਾ ਰਹੀਏ, ਸਾਡੇ ਕੋਲ ਰਿਕਸ਼ੇ ਵਾਲਾ ਆ ਜਾਏ, ਅਸੀਂ ਖਿੱਚੀ ਜਾਂਦੇ ਹਾਂ, ਤੂੰ ਰਿਕਸ਼ਾ ਕੀ ਕਰਦਾ? ਉਹ ਕਮਲਿਆ, ਤੂੰ ਤਾਂ ਐਕਸੀਲੇਟਰ ਨੱਪ ਕੇ ਫੇਰ ਗੱਡੀ ਤੇਜ਼ ਕਰ ਲਵੇਂਗਾ। ਉਹ ਤਾਂ ਸਵਾਰੀਆਂ ਢੋ ਰਿਹਾ, ਉਹਨੇ ਤਾਂ ਰਾਤ ਨੂੰ ਆਪਣੇ ਇਹ ਸਵਾਰੀਆਂ ਢੋ ਕੇ ਰਾਤ ਨੂੰ ਉਹਦੇ ਚੁੱਲ੍ਹੇ 'ਚ ਅੱਗ ਤਾਂ ਬਲਣੀ ਆ ਜੇ 4 ਸਵਾਰੀਆਂ ਢੋਏਗਾ ਨਾ। ਮੈਂ ਕੱਲ੍ਹ ਸਵੇਰ ਦੀ ਗੱਲ ਦੱਸਦਾ, ਧਿਆਨ ਨਾਲ ਸੁਣਿਓ। ਕੱਲ੍ਹ ਸਵੇਰੇ ਮੈਂ ਵਾਕ ਕਰ ਰਿਹਾ ਸੀ, ਰਿਕਸ਼ੇ ਵਾਲਾ ਰਿਕਸ਼ੇ 'ਤੇ ਬੈਠਾ ਅਤੇ ਵਾਸੀਆਂ ਲੈ ਰਿਹਾ ਸੀ, ਅਤੇ ਉਹਦੀ ਉਮਰ ਘੱਟ ਤੋਂ ਘੱਟ ਵੀ 75 ਸਾਲ ਦੇ ਕਰੀਬ ਹੋਏਗੀ। ਅਤੇ ਮੈਂ ਉਹਦੇ ਵੱਲ ਵੇਖ ਕੇ ਮਨ 'ਚ ਸੋਚਿਆ, ਮੈਂ ਕਿਹਾ ਮਨਾ ਹੁਣ ਇਹਨੂੰ ਨੀਂਦ ਵੀ ਆਉਂਦੀ ਹੋਏਗੀ ਨਾ, ਇਹਨੇ ਘਰ ਜਾ ਕੇ ਸੌਂ ਥੋੜ੍ਹਾ ਜਾਣਾ ਹੈ, ਕਿਉਂਕਿ ਇਹਨੂੰ ਨੀਂਦ ਨਾਲ ਲੜਨਾ ਪੈਣਾ ਹੈ ਕਿ 2 ਸਵਾਰੀਆਂ ਢੋਵਾਂਗਾ ਅਤੇ ਸ਼ਾਮ ਨੂੰ ਮੇਰੇ ਘਰ ਚੁੱਲ੍ਹੇ 'ਚ ਬੋਲੋ ਜੀ ਅੱਗ ਬਲੇਗੀ। ਹਮੇਸ਼ਾ ਜ਼ਿੰਦਗੀ ਜਿਉਣੀ ਅਤੇ ਆਪਣੇ ਤੋਂ ਨੀਵੇਂ ਵੱਲ ਵੇਖ ਕੇ ਜੀਵ ਕੇ ਵੇਖੋ। ਅਸੀਂ ਸੜੀ ਜਾਂਦੇ ਦੂਜਿਆਂ ਵੱਲ ਵੇਖ ਕੇ, ਹਾਏ ਉਹ ਅੱਗੇ ਲੰਘ ਗਿਆ, ਮੈਂ ਪਿੱਛੇ ਰਹਿ ਗਿਆ। ਮੈਂ ਕਿਹਾ ਉਹਨੂੰ ਨੀਂਦ ਆਉਂਦੀ ਵੀ ਹੋਏਗੀ ਤਾਂ ਕੀ ਕਰੇਗਾ? ਠੰਡ ਵੀ ਆ, ਟਿਫਨ ਲੈ ਕੇ ਖਲੋਤਾ ਹੋਇਆ ਵਿਚਾਰਾ, ਦਿਹਾੜੀਦਾਰ ਬੰਦਾ ਵੀ ਮੈਨੂੰ ਕੋਈ ਲੈ ਜੇ ਨਾਲ ਕੰਮ 'ਤੇ। ਜਿੱਦਣ ਅਸੀਂ ਇਹ ਆਪਣੇ ਅੰਦਰ ਸੋਚ ਪਾਲ ਲਈ ਨਾ, ਸਾਨੂੰ ਆਪਣੇ ਘਰਾਂ ਦੇ ਵਿੱਚ ਵੀ ਚੈਨ ਦੇ ਨਾਲ ਰਹਿਣਾ ਆ ਜਾਊ। ਅੱਜ ਸਾਡੇ ਵਿੱਚ ਇਹ ਸੋਚ ਨਹੀਂ। ਅਸੀਂ ਸਾਰਾ ਜ਼ੋਰ ਪਤਾ ਕਿੱਥੇ ਕੱਢਦੇ ਹਾਂ? ਧਿਆਨ ਨਾਲ ਸੁਣਿਓ। ਕੋਠੀ ਬਣਦੀ ਹੋਵੇ ਨਾ ਵੱਡੀ ਸਾਰੀ, ਮੰਨ ਲਓ ਕਿਤੇ ਮਜ਼ਦੂਰ ਕੋਲੋਂ ਸੀਮਿੰਟ ਮਾੜਾ ਮੋੜ ਕੇ ਤੇ ਗਿੱਲਾ ਹੋ ਜੇ, ਮੰਨ ਲਓ ਜਿੰਨੀ ਐਨਰਜੀ ਸਾਰੀ ਉਹ 'ਤੇ ਵੇਸਟ ਕਰੀ ਜਾਂਦੇ ਆ। ਤੂੰ ਸੀਮਿੰਟ ਖਰਾਬ ਕਰਤਾ, ਰਾਤ ਸਾਡਾ ਅੱਧਾ ਤੋੜਾ, ਤੂੰ ਬਾਲਟਾ ਸੀਮਿੰਟ ਦਾ ਖਰਾਬ ਕਰਤਾ, ਉਹਦੀ ਉਹ ਕੁੱਤੇ ਖਾਣੀ ਕਰਦੇ ਆ। ਪਤਾ ਮਨ 'ਚ ਕੀ ਸੋਚਦਾ? ਉਹਦਾ ਸਰਦਾਰ ਸਾਹਿਬ ਕੋਠੀ ਜਿੱਡੀ ਮਰਜ਼ੀ ਵੱਡੀ ਪਵਾ ਲਾ, ਪਰ ਤੇਰੀ ਕਲਪਨਾ ਨਹੀਂ ਹਟਣੀ। ਜੇ ਉਸ ਅੱਗਿਓਂ ਕਵੇ
ਉਹ ਮੈਂ ਤਾਂ 2 ਕਿਲੋ ਸੀਮਿੰਟ ਖਰਾਬ ਕਰਤਾ, ਮੇਰੀ ਇੰਨੀ ਕੁੱਤੇਖਾਨੇ ਕੀਤੀ, ਲੀਡਰਾਂ ਤੁਹਾਡੀਆਂ ਜ਼ਿੰਦਗੀਆਂ ਤਬਾਹ ਕਰਤੀਆਂ, ਉੱਥੇ ਬੋਲੇ ਨਹੀਂ ਤੁਸੀਂ। ਉਹ ਬੋਲੋ ਗੁਰੂ ਕੇ ਪਿਆਰਿਓ, ਉਹ ਲੀਡਰਾਂ ਤੁਹਾਡੀਆਂ ਜਵਾਨੀਆਂ ਗਾਲਤੀਆਂ, ਲੀਡਰਾਂ ਤੁਹਾਡਿਆਂ ਬੱਚਿਆਂ ਦੀਆਂ ਲਾਸ਼ਾਂ ਤੇ ਆਪਣੀਆਂ ਕੁਰਸੀਆਂ ਸਜਾ ਕੇ ਬੈਠੇ, ਉਦੋਂ ਤੇ ਤੁਸੀਂ ਕੁਛ ਕਹਿ ਨਹੀਂ। ਮੈਂ ਤਾਂ ਮਾਤੜ ਬੰਦਾ, ਜੇ 2 ਕਿਲੋ ਸੀਮਿੰਟ ਖਰਾਬ ਹੋ ਗਿਆ, ਉਹ ਵੱਧ ਤੋਂ ਵੱਧ 200-400 100 ਦਾ 50 ਦਾ ਹੋਊਗਾ, 10-20 ਦਾ ਹੋਊਗਾ, ਮੈਂ ਲਿਆ ਦੇਣਾ ਮੁੱਲ ਤੁਹਾਨੂੰ। ਤੁਹਾਡਾ ਤਾਂ ਭਵਿੱਖ ਖਰਾਬ ਕਰਤਾ ਤੁਹਾਡੇ ਲੀਡਰਾਂ ਨੇ, ਉੱਥੇ ਤੇ ਸਰੋਪੇ ਚੱਕੀ ਫਿਰਦੇ ਜੇ। ਉਹ ਫਿਰ ਅੱਗਿਓਂ ਕਹਿੰਦਾ, ਜਿੰਨਾ ਮੇਰੇ ਗਾੜੀ ਬੋਲੇ, ਕਾਸ਼ ਕਿਤੇ ਲੀਡਰਾਂ ਅੱਗੇ ਬੋਲੇ ਹੁੰਦੇ ਤੇ ਆਹ ਦਿਨ ਸਾਡੀ ਕੌਮ ਨੂੰ, ਸਾਰੇ ਬੋਲੋ, ਨਹੀਂ ਦੇਖਣੇ ਪੈਣੇ। ਆਓ ਮੇਰੀ ਬੇਨਤੀ ਹੱਥ ਜੁੜ ਕੇ, ਸਮਾਂ ਆਪਣੀ ਰਫਤਾਰ ਤੁਰਿਆ ਜਾ ਰਿਹਾ, ਗੁਰੂ ਕਿਰਪਾ ਕਰੇ ਸਹਿਜ ਪਾਠ ਕਰੋ, ਆਪਣੇ ਘਰਾਂ 'ਚ ਬਾਣੀ ਪੜ੍ਹੋ, ਭਾਵੇਂ ਇੱਕ ਸ਼ਬਦ ਰੋਜ਼ ਪੜ੍ਹੋ, ਅੱਧਾ ਰੋਜ਼ ਪੜ੍ਹੋ, ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਘਰਾਂ 'ਚ ਰੱਖੋ, ਆਪ ਗੁਰਬਾਣੀ ਪੜ੍ਹੋ, ਸਹਿਜ ਪਾਠ ਕਰੋ। ਜਿਸ ਪੁੱਤਰ ਧੀ ਦਾ ਆਨੰਦ ਕਾਰਜ ਆ, ਉਹਨੂੰ ਇਹ ਕਹੋ ਆਪਣੇ ਆਨੰਦ ਕਾਰਜ ਦਾ ਆਪ ਸਹਿਜ ਪਾਠ ਖੁਦ ਆਪ ਕਰ। ਆਪਣੇ ਘਰਾਂ ਸਤਿਗੁਰ ਦੀ ਬਾਣੀ ਦੇ ਲੜ ਲੱਗੋ। ਦੇਹਧਾਰੀ ਡੰਬੀ ਗੁਰੂਆਂ ਅੱਗੇ ਮੱਥੇ ਟੇਕਣ ਦੀ ਲੋੜ ਨਹੀਂ, ਪਿਆਰ, ਰਿਸਪੈਕਟ, ਇੱਜ਼ਤ ਨਾਲ ਘਰਾਂ ਵਿੱਚ ਰਹਿਣਾ ਸਿੱਖੀਏ, ਚੰਗੇ ਸੰਸਕਾਰ ਧਾਰਨ ਕਰੀਏ, ਨਸ਼ਿਆਂ ਦਾ ਤਿਆਗ ਕਰੀਏ, ਖੰਡੇ ਦੀ ਪੌਲ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਜੀਵਨ ਜਿਉਣ ਦਾ ਯਤਨ ਕਰੀਏ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਗੁਰੂ ਬਖਸ਼ਿਸ਼ ਕਰੇ ਅਸੀਂ ਗੁਰੂ ਦੀ ਵਿਚਾਰ ਜ਼ਿੰਦਗੀ ਵਿੱਚ ਲੈ ਕੇ ਆ ਸਕੀਏ। ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਇੱਦਾਂ ਬਣਾਉਂਦੇ ਹਾਂ, ਬਸ ਇਹ ਚੇਤਾ ਰੱਖਿਓ, ਜੇ ਕੋਈ ਸਾਡਾ ਭਰਾ, ਸਾਡੀ ਕੋਈ ਭੈਣ, ਸਾਡਾ ਕੋਈ ਬੱਚਾ ਆਪਣਾ ਵਿਦੇਸ਼ 'ਚ ਬੈਠਾ ਆਪਣੇ ਪਿੰਡ ਬਾਰੇ, ਆਪਣੇ ਇਲਾਕੇ ਬਾਰੇ ਸੋਚਦਾ, ਤੇ ਸਾਡਾ ਫਰਜ਼ ਬਣਦਾ ਉਹਨਾਂ ਦਾ ਧੰਨਵਾਦ ਕਰੀਏ, ਉਹਨਾਂ ਦੇ ਨਾਲ ਖਲੋਈਏ, ਤਾਂ ਕਿ ਅੱਗੇ ਤੋਂ ਵੀ ਐਨਰਜੀ ਮਿਲੇ ਸਾਨੂੰ ਆਪਣੇ ਪਿੰਡਾਂ 'ਚ, ਆਪਣੇ ਸ਼ਹਿਰਾਂ ਚੰਗੇ ਕੰਮ ਕਰਨ ਦੀ। ਸਾਰਿਆਂ ਦਾ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਸ਼ੁਕਰਾਨਾ ਮਾਲਕ ਦਾ ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਆਪਾਂ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਪਾਈਏ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।